चरण कमल गोबिंद रंग लगा। संत प्रसाद पए मन निर्मल। हर कीर्तन मह आन दिन जागा। चरण कमल गोबिंद रंग लगा। संत प्रसाद भय मन निर्मल। हर कीर्तन मह आन दिन जागा। रहाओ परिवार प्रीतम करो विचार। घट में खेल अघट अपार। काल कल्पना कदे ना खाए। आद पुरख मह रह समाए। दुतिया दोह कर जानै अंग। माया ब्रह्म रमै सब संग। ना ओह बढ़ै ना घटता जाए। अकुल निरंजन एक पाए। तृतीया तीने सम कर लियावै। आनंद मूल परम पद पावै। साध संगत उपजै विश्वास। बाहर भीतर सदा प्रगास। चौथा चंचल मन को गहो। काम क्रोध संग कबहु न बहो। जल थल माहे आपह आप। आपे जपो अपना जाप। जल थल माहे आपह आप। आपै जपो अपना जाप। वाहिगुरु जी का खालसा वाहिगुरु जी की फतेह। सो परम सन्मानयोग जुगो जुग अटल चवर छतर अते तखत दे मालक बाणी के बोहेत। सर्ब सांझीवालता दे प्रतीक शब्द गुरु। दसां ही पातशाहियां दी जोत। धन धन श्री गुरु ग्रंथ साहिब महाराज जी दी पावन पवित्र हजूरी। गुरुद्वारा दमदमा साहिब पातशाही पहली पातशाही छेवीं महान पवित्र इतिहासक स्थान ते विराजमान और यात्रा कर रही बहुत ही
ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਦਿਆਂ ਹੋਇਆਂ ਉਦਮੀ ਬਣ ਕੇ ਬਾਕਾਇਦਾ ਮੌਸਮ ਦਾ ਮੁਕਾਬਲਾ, ਸਰਦੀ ਦਾ ਮੁਕਾਬਲਾ ਕਰਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਪ ਜੀ ਨੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਗੁਰੂਦੇਵ ਆਪ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਸੇਵਾਵਾਂ, ਭੇਟਾਵਾਂ ਆਪਣੇ ਦਰ ਪ੍ਰਵਾਨ ਕਰਨ। ਸਭਨਾਂ ਨੂੰ ਹਜ਼ੂਰ ਦਰੋ ਕਰੋ ਨਾਮਦਾਨ, ਗੁਰਸਿੱਖੀ ਜੀਵਨ। ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਪ੍ਰਤੀਤ ਬਾਣੀ ਪੜ੍ਹਨ, ਸੁਣਨ ਅਤੇ ਕੰਠ ਕਰਨ ਦਾ ਚਾਅ ਬਖਸ਼ਿਸ਼ ਕਰਨ। ਇਸੇ ਪ੍ਰਕਾਰ ਹੀ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਚਰਨਾਂ ਵਿੱਚ ਬਰਾਜ ਕੇ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣਦੇ ਰਹੀਏ। ਸੋ ਉਪਰੰਤ ਆਪ ਜੀ ਨੇ ਜੋ ਲੜੀਵਾਰ ਵਿਚਾਰਧੀਨ ਸ਼ਬਦ ਹਨ, ਜਿਨ੍ਹਾਂ ਦਾ ਸਿਰਲੇਖ ਰਾਗ ਗੌੜੀ ਥਿੱਤੀ ਕਬੀਰ ਜੀ ਕੀ, ਇਹ 15 ਥਿੱਤਾਂ ਚਾਨਣੀਆਂ ਤੇ 15 ਥਿੱਤਾਂ ਹਨੇਰੇ ਵਾਲੀਆਂ, ਕੁੱਲ 30 ਤਰੀਕਾਂ ਤੇ 7 ਵਾਰ ਐਤ ਤੋਂ ਸੋਮਵਾਰ ਤੱਕ ਇਹਨਾਂ ਦੀ ਜੋ ਕਬੀਰ ਸਾਹਿਬ ਨੇ ਵਿਆਖਿਆ ਕੀਤੀ ਹੈ, ਇਸ ਬਾਣੀ ਦੀ ਰਹਾਉ ਵਾਲੀਆਂ ਪੰਕਤੀਆਂ ਦਾ ਆਪ ਜੀ ਨੇ ਬੜੀ ਸ਼ਰਧਾ ਸ਼ਿੱਦਤ ਅਤੇ ਭਾਵਨਾ ਸਹਿਤ ਪਾਠ ਸਰਵਣ ਕੀਤਾ ਹੈ। ਆਓ ਇਹਨਾਂ ਪਾਵਨ ਪੰਕਤੀਆਂ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਜਿਤਨੇ ਜਗਿਆਸੂ ਗੁਰੂ ਚਰਨਾਂ ਵਿੱਚ ਬਿਰਾਜਮਾਨ ਹੋ, ਭਾਈ ਸੁਰਤ ਬਿਰਤ ਗੁਰੂ ਚਰਨਾਂ ਵਿੱਚ ਜੋੜੀਏ। ਸੋ ਮਨ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਵਾਸਤੇ ਇੱਕ ਵਾਰ ਸਾਰੇ ਪਿਆਰ ਨਾਲ ਗੁਰਮੰਤਰ ਉਚਾਰਨ ਕਰੋ ਤੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਭਏ ਮਨ ਨਿਰਮਲ। ਹਰ ਕੀਰਤਨ ਮੈਂ ਅਨ ਦਿਨ ਜਾਗਾ। ਸਤ ਸੰਗਤ ਰਹਾਉ ਵਾਲੀਆਂ ਪੰਕਤੀਆਂ ਵਿੱਚ ਭਗਤ ਕਬੀਰ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਵਾਹਿਗੁਰੂ ਜੀ ਦੇ ਸੋਹਣੇ ਚਰਨ ਕਮਲ, ਉਹਨਾਂ ਵਿੱਚ ਪਿਆਰ ਪੈ ਜਾਏ। ਰੰਗ ਦੇ ਅੱਖਰੀ ਅਰਥ ਭਾਵੇਂ ਕਲਰ ਵੀ ਹੁੰਦੇ ਨੇ, ਜਿਵੇਂ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ। ਤੋ ਇਸ ਗੱਲ ਤੋਂ ਮੈਂ ਇਨਕਾਰ ਨਹੀਂ ਕਰਦਾ ਵੀ ਗੁਰਬਾਣੀ ਵਿੱਚ ਕਲਰ ਵਾਸਤੇ ਵੀ ਰੰਗ ਵਰਡ ਆਇਆ ਹੈ। ਪਰ ਜੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ, ਸਹਿਜ ਪਾਠ ਸ਼ੁਰੂ ਕਰ ਦਿਓ, ਕੋਲ ਤੁਸੀਂ ਰਜਿਸਟਰ ਰੱਖ ਲਓ ਬਈ ਕਿੰਨੀ ਵਾਰਾਂ ਕਲਰ ਵਾਸਤੇ ਆਇਆ ਤੇ ਕਿੰਨੀ ਵਾਰਾਂ ਪਿਆਰ ਵਾਸਤੇ ਆਇਆ, ਤੇ ਕਲਰ ਵਾਸਤੇ 2% ਵੀ ਨਹੀਂ ਆਇਆ, ਪਿਆਰ ਵਾਸਤੇ ਜ਼ਿਆਦਾ ਆਇਆ ਹੈ। ਰੰਗ ਮੀਨਸ ਪਿਆਰ। ਚਰਨ ਕਮਲ ਗੋਬਿੰਦ ਰੰਗ ਲਾਗਾ। ਵਾਹਿਗੁਰੂ ਦੇ ਸੋਹਣੇ ਚਰਨ ਕਮਲਾਂ ਨਾਲ, ਗੋਬਿੰਦ ਦੇ ਸੋਹਣੇ ਚਰਨ ਕਮਲਾਂ ਨਾਲ ਮੇਰਾ ਪਿਆਰ ਪੈ ਗਿਆ। ਪਿਆਰ ਸ਼ਬਦ, ਰੰਗ। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਕੋਈ ਕਰੋੜਾਂ ਚੋਂ ਇੱਕ ਅੱਧਾ ਇਸ ਤਰ੍ਹਾਂ ਦਾ ਜਗਿਆਸੂ ਹੁੰਦਾ ਸਾਧ ਸੰਗਤ, ਜਿਹਦਾ ਰੰਗ, ਜਿਹਦਾ ਪਿਆਰ ਵਾਹਿਗੁਰੂ ਨਾਲ ਪੈਂਦਾ। ਪਿਆਰ ਹਮੇਸ਼ਾ ਆਪਣਿਆਂ ਨਾਲ ਹੁੰਦਾ ਹੈ। ਔਰ ਸਾਡੀ ਇਹ ਵਿਡੰਬਣਾ ਹੈ ਵੀ ਅਸੀਂ
क्या बात है। ਅਸੀਂ ਹਰੇਕ ਨੂੰ ਆਪਣਾ ਸਮਝਨੇ ਆ। ਜੇ ਸਾਡੇ ਕਾਗਜ਼ਾਂ ਵਿੱਚ ਕੋਈ ਪਰਾਇਆ ਹੈ ਤੇ ਉਹ ਸਿਰਫ ਪਰਮਾਤਮਾ ਹੈ, ਹੋਰ ਸਾਰੇ ਆਪਣੇ ਨੇ। ਬੇਟਾ ਆਪਣਾ ਹੈ, ਬੇਟੀ ਆਪਣੀ ਹੈ, ਪਤੀ ਆਪਣਾ ਹੈ, ਪਤਨੀ ਆਪਣੀ ਹੈ, ਦੁਕਾਨ ਮਕਾਨ ਸਭ ਆਪਣਾ ਹੈ। ਪਰ ਜਿਸ ਤਰ੍ਹਾਂ ਇਹਨਾਂ ਨੂੰ ਆਪਣਾ ਸਮਝਨੇ ਆ, ਉਸ ਤਰ੍ਹਾਂ ਆਪਣਾ ਪਰਮਾਤਮਾ ਨੂੰ ਵਿਰਲੇ ਵਿਰਲੇ ਗੁਰਮੁਖ ਪਿਆਰੇ ਸਮਝਦੇ ਨੇ। नहीं तो फिर हजूर नूं ये ना लिखना पैंदा सब किछ अपना एक राम पराया। जिन्हां दा गोबिंद दे सोहणे चरण कमलां नाल प्यार पै जांदा है। कबीर साहब महाराज कहंदे ने फिर संत प्रसाद भए मन निर्मल। इत्थे संत दे अर्थ विद्वानां ने गुरु कीते ने। संत गुरु, गुरु तो संत ही हुंदा है। क्या बात है। संत प्रसाद गुरु की कृपा नाल उसका मन निर्मल हो जाता है। गुरु उसनूं जुगत दसदा है और फिर ਉਹ ਹਰੀ ਦੀ ਕੀਰਤੀ ਵਿੱਚ ਹਮੇਸ਼ਾ ਸਜਗ ਰਹਿੰਦਾ ਹੈ। ਜਾਗਾ ਮੈਨੇ ਵਕਾਰਾਂ ਵੱਲੋਂ ਉਹ ਖਬਰਦਾਰ ਰਹਿੰਦਾ ਹੈ। ਹਰ ਕੀਰਤਨ ਮੈਂ ਅਨ ਦਿਨ ਜਾਗਾ, ਹਰੀ ਦੇ ਕੀਰਤਨ ਹਰੀ ਦੀ ਕੀਰਤੀ ਕਰਦਿਆਂ ਉਹ ਹਰ ਵਕਤ ਸੁਚੇਤ ਰਹਿੰਦਾ ਹੈ। ਤੋ ਇਹ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰਨ ਲਈ ਗੁਰੂ ਦੀ ਸਹਾਇਤਾ, ਗੁਰੂ ਦੀ ਮਦਦ ਦੀ ਬੜੀ ਸਖਤ ਜ਼ਰੂਰਤ ਦੱਸੀ ਹੈ ਕਬੀਰ ਸਾਹਿਬ ਨੇ। ਤੁਸੀਂ ਇੱਕ ਸ਼ਬਦ ਭਗਤ ਨਾਮਦੇਵ ਸਾਹਿਬ ਮਹਾਰਾਜ ਜੀ ਦਾ ਸੁਣਿਆ ਹੋਵੇਗਾ। ਉਹਦੇ ਵਿੱਚ ਉਹ ਅਰਦਾਸ ਕਰਦੇ ਨੇ ਤੇ ਕਹਿੰਦੇ ਨੇ, ਜਹਾਂ ਜਹਾਂ ਧਰੂ ਨਾਰਦ ਟੇਕੈ ਨੈਕ ਟਿਕਾਵੋ ਮੋਹੇ। ਜਿੱਥੇ ਜਿੱਥੇ ਜਿਹੜੀ ਉੱਚੀ ਅਵਸਥਾ ਧਰੂ ਨੂੰ ਦਿੱਤੀ ਹੈ, ਜਿਹੜੀ ਉੱਚੀ ਅਵਸਥਾ ਪ੍ਰਹਿਲਾਦ ਨੂੰ ਬਖਸ਼ਿਸ਼ ਕੀਤੀ ਹੈ, ਜਿਹੜੀ ਉੱਚੀ ਅਵਸਥਾ ਨਾਰਦ ਨੂੰ ਬਖਸ਼ਿਸ਼ ਕੀਤੀ ਹੈ, ਅਸੀਂ ਤੇ ਇਹਨਾਂ ਨੂੰ ਵੀ ਮਜ਼ਾਕ ਕਰਨੇ ਆ ਨਾ। ਅਸੀਂ ਨਾਰਦ ਨੂੰ ਮਜ਼ਾਕ ਕਰ ਦਿੰਦੇ ਹਾਂ। ਹੋਰ ਜਿਹੜੇ ਹਿੰਦੂ ਦੇਵੀ ਦੇਵਤੇ ਨੇ ਉਹਨਾਂ ਨੂੰ ਅਸੀਂ ਥੋੜ੍ਹਾ ਜਿਹਾ ਇਸ ਤਰ੍ਹਾਂ ਕਰਨ ਵਿੱਚ ਬੜਾ ਫਖਰ ਸਮਝਦੇ ਹਾਂ ਵੀ ਹੁਣ ਅਸਲੀ ਪ੍ਰਚਾਰਕ ਤੇ ਮੈਂ ਹੁਣ ਹੀ ਬਣਿਆ ਵਾ ਨਾ। ਪਰ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਨਾ ਤੇ ਇਹਨਾਂ ਦੇ ਸਤਿਕਾਰ ਵਿੱਚ ਵੀ ਬਚਨ ਨੇ। ਨਾਮਦੇਵ ਸਾਹਿਬ ਦਾ ਅਸੀਂ ਸਤਿਕਾਰ ਕਰਨੇ ਆ। ਕਿਉਂ ਕਰਨੇ ਆ? ਕਿਉਂਕਿ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਉਹ ਅਰਦਾਸ ਕਰਕੇ ਕਹਿ ਰਹੇ ਨੇ, ਮੈਨੂੰ ਨਾਰਦ ਵਰਗੀ ਪਦਵੀ ਦੇ, ਮੈਨੂੰ ਧਰੂ ਵਰਗੀ ਪਦਵੀ ਦੇ। ਫਿਰ ਅਸੀਂ ਨਾਰਦ ਤੇ ਧਰੂ ਦਾ ਖੰਡਨ ਕਿਵੇਂ ਕਰ ਸਕਨੇ ਆ? ਤੋ ਜਹਾਂ ਜਹਾਂ ਧਰੂ ਨਾਰਦ ਟੇਕੈ ਨੈਕ ਟਿਕਾਵੋ ਮੋਹੇ। मेरी एडी उच्ची आत्मक अवस्था करो। तेरा नाम अविलंब बहुत जन उधरे, नामे की निज मत ए। तेरे नाम दे आसरे अवलंब बड़े उधर गए। मेरा यह दृढ़ निश्चय है भी जे गुरु कोलों मंत्र मिल जाए तो मनुख की उच्ची आत्मक अवस्था हो जाती है। इसलिए संत प्रसाद भय मन निर्मल। संत गुरु की कृपा नाल मन निर्मल हो जाता है। और फिर हर कीर्तन में अन दिन जागा, जागना जागन नीका। हर कीर्तन में जागना। अदरवाइज फिर श्रवण सोई सुन निंद विचार, रसना सोई लोभ मीठे साध, नैनो नींद पर दृष्ट विकार। ये सारे ज्ञान इंद्रे सुते हुंदे ने। फिर हजूर नूं कहना पैंदा है, इस ग्रह में कोई जागत रहे, साबत वस्त ओ अपनी लह। परिवा प्रीतम करो विचार, घट में खेल है अघट अपार। इस साध संगत परिवा शब्द पप्पा रारे नूं छारी वावा करना। परवा दे इत्थे अर्थ ने एकम थित जिहड़ी है, एक तरीक। मैं बेनती की सी, फिर बेनती करदे हां भी दो
ਮੈਥਡ ਨੇ ਸਾਡੇ ਕੋਲ ਮਹੀਨੇ ਬਣਾਉਣ ਦੇ। ਇੱਕ ਸੂਰਜ ਨਾਲ ਸੰਬੰਧਿਤ ਹੈ, ਰਿਲੇਟਡ ਹੈ, ਦੂਸਰਾ ਚੰਦਰਮੇ ਨਾਲ। ਇਹ ਜਿਹੜੀ ਵਿਆਖਿਆ ਹੈ ਚੰਦਰਮੇ ਦੇ ਹਿਸਾਬ ਨਾਲ ਹੋ ਰਹੀ ਹੈ। ਮੱਸਿਆ ਕੁੱਪ ਹਨੇਰਾ, ਔਰ ਮੱਸਿਆ ਵਾਲੇ ਦਿਨ ਤੋਂ ਜਿਹੜਾ ਅਗਲਾ ਦਿਨ ਹੈ ਜਿਹਨੂੰ ਪਰਵਾ ਕਹਿੰਦੇ ਨੇ, ਉਹ ਏਕਮ ਥਿਤ ਹੈ। ਇਹ ਚਾਨਣਾ ਪੱਖ ਹੁਣ ਸ਼ੁਰੂ ਹੋਣਾ ਹੈ। ਬਿਲਕੁਲ ਕੁੱਪ ਹਨੇਰੀ ਰਾਤ ਤੋਂ ਬਾਅਦ ਥੋੜ੍ਹਾ ਜਿਹਾ ਚੰਦਰਮਾ ਦਿਸਦਾ ਹੈ, ਫਿਰ ਉਹ ਥੋੜ੍ਹਾ ਥੋੜ੍ਹਾ ਕਰਕੇ ਵੱਧਦਾ ਜਾਂਦਾ ਹੈ। 14 ਦਿਨ ਵੱਧਦਾ ਜਾਂਦਾ ਹੈ, 15ਵੇਂ ਦਿਨ ਪੂਰਾ ਮੁਕੰਮਲ ਹੋ ਜਾਂਦਾ ਹੈ। ਔਰ ਲਿਹਾਜ਼ਾ ਮੱਸਿਆ ਤੋਂ ਠੀਕ 14 ਦਿਨ ਬਾਅਦ 15ਵੇਂ ਦਿਨ ਪੂਰਨਮਾਸ਼ੀ ਹੁੰਦੀ ਹੈ। ਫਿਰ ਪੂਰਨਮਾਸ਼ੀ ਵਾਲੇ ਦਿਨ ਮੁਕੰਮਲ ਚਾਨਣ ਹੋ ਕੇ ਅਗਲੇ ਦਿਨ ਤੋਂ ਚੰਦਰਮਾ ਥੋੜ੍ਹਾ ਥੋੜ੍ਹਾ ਘਟਣਾ ਸ਼ੁਰੂ, ਉਹਨੂੰ ਹਨੇਰਾ ਪੱਖ ਕਹਿੰਦੇ ਨੇ। ਪੂਰਨਮਾਸ਼ੀ ਤੋਂ ਅਗਲੇ 14 ਦਿਨ ਹਨੇਰਾ ਪੱਖ, ਔਰ ਅਮਾਵਸ ਤੋਂ ਅਗਲੇ 14 ਦਿਨ ਚਾਨਣਾ ਪੱਖ। ਤੋ ਅਮਾਵਸ ਤੋਂ ਅਗਲਾ ਜਿਹੜਾ ਪੀਰੀਅਡ ਸ਼ੁਰੂ ਹੁੰਦਾ ਹੈ, ਉਹਦੀ ਪਹਿਲੀ ਤਰੀਕ ਨੂੰ ਪਰਵਾ ਵੀ ਕਹਿੰਦੇ ਨੇ, ਏਕਮ ਤਰੀਕ ਵੀ ਕਹਿੰਦੇ ਨੇ, 1 ਤਰੀਕ ਵੀ ਕਹਿੰਦੇ ਨੇ। ਵੈਸੇ ਮੈਂ ਬੇਨਤੀ ਕਰਦਿਆਂ ਵੀ ਉਂਝ 1 ਤਰੀਕ ਅਮਾਵਸ ਤੋਂ ਸ਼ੁਰੂ ਹੋ ਗਈ, ਇਹਨੂੰ ਏਕਮ ਲਿਖਦੇ ਨੇ, ਪਰ ਕਿਉਂਕਿ 14 ਦਿਨ ਇਹ ਤੇ 14 ਉਹ 28, ਇੱਕ ਮੱਸਿਆ ਤੇ ਇੱਕ ਪੂਰਨਮਾਸ਼ੀ, 28 ਜਮਾ 2 ਬਰਾਬਰੇ 30 ਦਿਨ ਇਦਾਂ ਪੂਰੇ ਕਰ ਦਿੰਦੇ ਨੇ। ਪਰ ਹੁਣ ਸਾਰੇ ਵਿਸ਼ਵ ਦਾ ਨਿਜ਼ਾਮ ਜਿਹੜਾ ਈਸਵੀ ਸਨ ਨਾਲ ਚੱਲਦਾ, ਉਹ ਬੜਾ ਅਸੀਂ ਉਹਦੇ 'ਚ ਹੈਬਚਲ ਹੋ ਗਏ ਹਾਂ, ਯੂਜ਼ ਟੂ ਹੋ ਗਏ ਹਾਂ, ਔਰ ਉਹਦੇ ਵਿੱਚ ਕੁਛ ਵੀ ਪੇਚੀਦਾ ਨਹੀਂ ਹੈ। ਉਹ ਬੜਾ ਸਰਲ ਜਿਹਾ, ਕੋਈ ਮਹੀਨਾ 30 ਦਾ ਹੈ, ਕੋਈ ਮਹੀਨਾ 31 ਦਾ ਹੈ, ਇੱਕ ਮਹੀਨਾ ਜਿਹੜਾ ਹੈ ਉਹ ਮੋਸਟਲੀ 28 ਦਾ ਹੁੰਦਾ ਹੈ, ਔਰ ਲੀਪ ਦਾ ਸਾਲ ਜਿਹੜਾ ਉਹ ਕਦੀ ਕਦੀ 29 ਦਾ ਆ ਜਾਂਦਾ ਹੈ। ਉਹ ਸਾਰੇ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੈ। ਪਰ ਇੱਥੇ ਹੁਣ ਕਬੀਰ ਸਾਹਿਬ ਨੇ ਜੋ ਚੰਦਰਮੇ ਦੇ ਹਿਸਾਬ ਨਾਲ ਮਹੀਨਿਆਂ ਦੀ ਵੰਡ ਕੀਤੀ ਹੈ, ਉਹਦੇ 'ਚੋਂ ਕਹਿੰਦੇ ਨੇ ਵੀ ਅਮਾਵਸ ਵਿੱਚ ਤੇ ਤੁਸੀਂ ਕਰਮ ਕਾਂਡਾਂ ਦੇ ਰਾਹੀਂ ਜੋ ਪ੍ਰਾਪਤ ਹੁੰਦਾ ਹੈ ਉਹਨਾਂ ਆਸਾਂ ਦਾ ਤਿਆਗ ਕਰਨਾ ਹੈ। ਪਰ ਅਮਾਵਸ ਤੋਂ ਅਗਲੇ ਦਿਨ ਕੀ ਕਰਨਾ ਹੈ, ਏਕਮ ਤਿਥ ਨੂੰ ਕੀ ਕਰਨਾ ਹੈ, ਪਰਵਾ ਪ੍ਰੀਤਮ ਕਰੋ ਵਿਚਾਰ। ਪ੍ਰੀਤਮ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਤੁਸੀਂ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦੀ ਆਪਣੇ ਮਨ ਵਿੱਚ ਵਿਚਾਰ ਕਰੋ। ਜਿਵੇਂ ਪਿੱਛੇ ਵੀ ਇੱਕ ਬਚਨ ਆ ਗਿਆ ਸੀ ਕਿ ਪ੍ਰਮਾਤਮਾ ਦੇ ਉਪਕਾਰਾਂ ਨੂੰ ਚੇਤਾ ਕਰੋ, ਜੋ ਸਾਡੇ ਉੱਤੇ ਉਹਨੇ ਉਪਕਾਰ ਕੀਤੇ ਨੇ। ਸਭ ਤੋਂ ਪਹਿਲਾ ਉਪਕਾਰ ਵੀ ਇਸ ਰੂਹੇ ਜ਼ਮੀਨ ਦੇ ਉੱਤੇ ਉਹਨਾਂ ਨੇ ਸਾਨੂੰ ਮਨੁੱਖਾ ਜਨਮ ਦਿੱਤਾ ਹੈ, ਫਿਰ ਸੁੰਦਰ ਸਰੀਰ ਦਿੱਤਾ ਹੈ, ਤੰਦਰੁਸਤ ਦਿੱਤਾ ਹੈ, ਸਾਰੇ ਅੰਗ ਪੂਰੇ ਨੇ। ਫਿਰ ਇਸ ਤੋਂ ਇਲਾਵਾ ਹੋਰ ਜੋ ਕੁਝ ਵੀ ਪ੍ਰਾਪਤ ਹੈ ਉਹ ਸਾਰਿਆਂ ਨੂੰ ਸੁਰਤ ਵਿੱਚ ਵਾਰ-ਵਾਰ ਲਿਆਉਣਾ ਤੇ ਉਹਦਾ ਸ਼ੁਕਰਾਨਾ ਕਰਨਾ, ਬਈ ਇਹ ਤੇਰਾ ਸ਼ੁਕਰ ਹੈ। ਵਰਨਾ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਇਹ ਵੀ ਪ੍ਰਾਪਤ ਨਹੀਂ। ਇਸ ਤਰ੍ਹਾਂ ਵਾਰ-ਵਾਰ ਉਹਦਾ ਸ਼ੁਕਰਾਨਾ ਕਰਨਾ ਅਕਾਲ ਪੁਰਖ ਵਾਹਿਗੁਰੂ ਦਾ। ਔਰ ਜੇ ਐਸਾ ਨਾ ਕਰੀਏ ਸਤਸੰਗ, ਫਿਰ ਕੀ ਹੁੰਦਾ? ਇੱਕ ਤੇ ਮੈਂ ਅਕਸਰ ਬੇਨਤੀ ਕਰਨਾ ਵੀ 1 ਪੀ ਨਾ ਦੇ 10 ਪੀ ਹੇਰ ਲੈ ਤੋ ਮੂੜਾ ਕਹੋ ਕਹਾ ਕਰੇ। ਤੇ ਦੂਸਰਾ ਬਚਨ ਮਹਾਰਾਜ ਨੇ ਇੱਕ ਲਿਖਿਆ, ਮਿੱਠੀ ਝਿੜਕ ਮਾਰੀ ਏ, ਬਈ ਫਿਰ ਤੂੰ ਮਨਮੁੱਖਾਂ ਵਾਲੀ ਕਤਾਰ ਵਿੱਚ ਖੜਾ ਹੋ ਜਾਏਗਾ। ਮਨਮੁੱਖ, ਸਾਕਤ। ਔਰ ਸਾਕਤ ਦੀ ਕੀ ਪਰਿਭਾਸ਼ਾ ਹੈ? ਬੜੀਆਂ ਪਰਿਭਾਸ਼ਾਵਾਂ ਨੇ, ਪਰ ਇੱਕ ਪਰਿਭਾਸ਼ਾ ਇਹ ਵੀ ਹੈ, ਦੇਂਦੇ ਥਾਵੋਂ ਦਿੱਤਾ ਚੰਗਾ। ਮਨਮੁੱਖ ਐਸਾ ਜਾਣੀਏ। ਦੇਖੋ ਹੁਣ ਕੋਈ ਵਿਅਕਤੀ ਤੁਹਾਡੇ ਘਰ ਥਾਲ ਪਰੋਸ ਕੇ ਖਾਣੇ ਦਾ ਇੱਕ ਟਰੇ ਲੈ ਕੇ, ਥਾਲ ਲੈ ਕੇ, ਉਹਦੇ ਵਿੱਚ ਕਈ ਕਿਸਮ ਦੀ ਪਦਾਰਥ ਹੋਣ, ਕਿਸੇ ਕੌਲੀ 'ਚ ਖੀਰ ਹੈ, ਕਿਸੇ 'ਚ ਦਹੀਂ ਹੈ, ਕਿਸੇ 'ਚ ਦਾਲ ਹੈ, ਕਿਤੇ ਸਬਜ਼ੀ ਹੈ, ਪ੍ਰਸ਼ਾਦੇ ਨੇ, ਪਾਪੜ ਹੈ, ਸਲਾਦ ਹੈ, ਥੋੜਾ ਜਿਹਾ ਫਰੂਟ ਕੱਟ ਕੇ ਰੱਖਿਆ, ਇਤਿਆਦ। ਤੇ ਉਹ ਥਾਲ ਪਰੋਸ ਕੇ ਤੁਹਾਡੇ ਘਰ ਦੇ ਬਾਹਰ ਤੇ ਖੜਾ ਹੋ ਕੇ ਬੈਲ ਵਜਾਏ ਤੇ ਅਸੀਂ ਦਰਵਾਜ਼ਾ ਖੋਲ ਕੇ ਤੇ ਉਹ ਥਾਲ ਪਕੜ ਲਈਏ ਤੇ ਥਾਲ ਪਕੜ ਕੇ ਅੰਦਰ ਆ ਜਾਈਏ, ਤੇ ਜਿਵੇਂ ਹੀ ਡੋਰ ਕਲੋਜ਼ਰ ਦਰਵਾਜ਼ੇ ਨੂੰ ਕਲੋਜ਼ ਕਰੇ ਅਸੀਂ ਚਿਟਕਣੀ ਵੀ ਲਾ ਲਈਏ, ਉਹਦੇ ਨਾਲ ਅਸੀਂ ਹੈਲੋ ਵੀ ਨਾ ਕਰੀਏ। ਜਿਹੜਾ ਥਾਲ ਲੈ ਕੇ ਆਇਆ ਸੀ ਉਹਨੂੰ ਅਸੀਂ ਹੈਲੋ ਵੀ ਨਾ ਕਰੀਏ, ਤੁਹਾਡਾ ਕੀ ਹਾਲ ਹੈ ਜੀ ਇਹ ਵੀ ਨਾ ਕਹੀਏ, ਤੇ ਫਿਰ ਕੀ ਉਹ ਪ੍ਰਸੰਨ ਹੋਵੇਗਾ? ਇਹ ਤੇ ਰੋਜ਼ਮर्रा ਦੀ ਜ਼ਿੰਦਗੀ ਚੋਂ ਮੈਂ ਇਹ ਬੇਨਤੀ ਕੀਤੀ ਵੀ ਗੱਲ ਸੌਖੀ ਸਮਝ ਵਿੱਚ ਆ ਜਾਏ। ਜੇ ਕੋਈ ਇਸ ਤਰ੍ਹਾਂ ਕਰੇ ਤੇ ਉਹ ਵਿਅਕਤੀ ਦੁਬਾਰਾ ਕਦੀ ਉਹਦੇ ਘਰ ਦੇ ਦਰਬਾਰ ਦੇ ਅੱਗੇ, ਘਰ ਦੇ ਦਰ ਦੇ ਅੱਗੇ ਐਸੇ ਪਦਾਰਥ ਲੈ ਕੇ ਨਹੀਂ ਆਵੇਗਾ, ਕਿਉਂਕਿ ਉਹਨੇ ਇੱਕ ਬੜਾ ਵੱਡਾ ਗੁਨਾਹ ਕੀਤਾ ਹੈ। ਉਹਦੇ ਵੱਲੋਂ ਦਿੱਤਾ ਹੋਇਆ ਪਦਾਰਥ ਐਕਸੈਪਟ ਕਰ ਲਿਆ ਹੈ, ਪਰ ਜਿਹੜਾ ਲੈ ਕੇ ਆਇਆ ਉਹਨੂੰ ਐਕਸੈਪਟ ਨਹੀਂ ਕੀਤਾ।
ਔਰ ਅਸੀਂ ਇਹ ਮਿਸਟੇਕ ਰੋਜ਼ ਕਰਨੇ ਆ। ਧਿਆਨ ਦਿਆ ਜੇ, ਇਹ ਮਿਸਟੇਕ ਅਸੀਂ ਸਾਰੇ ਰੋਜ਼ ਕਰਨੇ ਆ। ਕਿਸ ਤਰ੍ਹਾਂ ਕਰਨੇ ਆ? ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਸਾਨੂੰ ਪਿਆਰੀਆਂ ਨੇ, ਪਰ ਵਾਹਿਗੁਰੂ ਪਿਆਰਾ ਨਹੀਂ। ਦੇਂਦੇ ਥਾਮੋਂ ਦਿੱਤਾ ਚੰਗਾ, ਜਿਹੜੀਆਂ ਉਹਦੀਆਂ ਦਾਤਾਂ ਨੇ ਉਹਨਾਂ ਨੂੰ ਅਸੀਂ ਚੰਬੜ ਕੇ ਬੈਠੇ ਆ, ਉਹਨਾਂ ਨੂੰ ਅਸੀਂ ਜੱਫਾ ਮਾਰ ਕੇ ਬੈਠੇ ਆ, ਪਰ ਵਾਹਿਗੁਰੂ ਨਹੀਂ ਮੰਨ ਲਿਆ। ਵਾਹਿਗੁਰੂ ਨੇ ਬੜਾ ਵੱਡਾ, ਬੜਾ ਸੋਹਣਾ, ਬੜਾ ਕਿਸੇ ਵਧੀਆ ਪਾਸ਼ ਕੌਲਨੀ 'ਚ ਘਰ ਦਿੱਤਾ ਹੈ, ਉਸ ਘਰ ਦੇ ਵਿੱਚ ਤੇ ਰਹਿਣ ਲੱਗ ਪਏ, ਪਰ ਜਿਹਨ ਦਿੱਤਾ ਹੈ ਉਹਨੂੰ ਘਰ ਵਿੱਚ ਵਸੋਂ ਕਰਨ ਲੱਗਿਆਂ ਵੀ ਇੱਕ ਦਿਨ ਲਿਆ ਕੇ ਪ੍ਰਕਾਸ਼ ਨਹੀਂ ਕੀਤਾ। ਫਿਰ ਇਹ ਹੋ ਗਿਆ ਦੇਂਦੇ ਥਾਮੋਂ ਦਿੱਤਾ ਚੰਗਾ। ਮਨਮੁਖ ਐਸਾ ਜਾਣੀਏ, ਇਹ ਹੁੰਦਾ ਮਨਮੁਖ। ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰ ਆਖ ਵਖਾਣੀ ਹੈ। ਮਾਝ ਕੀ ਵਾਰ 'ਚ ਬਚਨ ਨੇ। ਉਹਦੀ ਸੁਰਤ, ਉਹਦੀ ਮਤ, ਉਹਦੀ ਚਤੁਰਾਈ, ਆਪਣੇ ਮਨੋਂ ਤੇ ਬੜਾ ਚਤਰ ਬਣਦਾ, ਪਰ ਕਾਦੀ ਤੇਰੀ ਚਤੁਰਾਈ ਹੈ, ਤੂੰ ਤੇ ਫੇਲ ਹੋ ਗਿਆ। ਨਹੀਂ ਪਰਵਾ ਪ੍ਰੀਤਮ ਕਰੋ ਵਿਚਾਰ। ਵੈਸੇ ਤੁਸੀਂ ਕਰਮਕਾਂਡ ਵਿੱਚ ਜਾਓ ਨਾ, ਤੇ ਜਿਹੜੀ ਏਕਮ ਤਿੱਥ ਹੈ ਨਾ, ਉਹਦੇ 'ਚ ਬੜੇ ਕਰਮਕਾਂਡ ਨੇ। ਬੰਦਾ ਕਨਫਿਊਜ਼ ਹੋ ਜਾਂਦਾ ਵੀ ਆਪਣਾ ਕਾਰੋਬਾਰ ਕਰਾਂ ਕਿ ਇਹ ਕਰਾਂ, ਕਿਉਂਕਿ ਜੇ ਸਹੀ ਮਾਇਨਿਆਂ ਵਿੱਚ ਮੈਨੂੰ ਪੁੱਛੋ ਵੀ ਜਿਵੇਂ ਦਾ ਆਪਣਾ ਹੁਣ ਲਾਈਫ ਸਟਾਈਲ ਹੈ ਨਾ, ਆਪਾਂ ਕਰ ਹੀ ਨਹੀਂ ਸਕਦੇ। ਉਹ ਮਹਿੰਗੇ ਵੀ ਨੇ ਆਪਾ ਜਿਹੜੇ ਨੇ, ਤੇ ਸਰੀਰਕ ਖੇਚਲ ਵੀ ਕਰਨੀ ਪੈਂਦੀ ਹੈ, ਮਾਨਸਿਕ ਉਧੇੜ ਬੁਣ ਬੜੀ ਕਰਨੀ ਪੈਂਦੀ। ਚੇਤਾ ਰੱਖਣਾ ਪੈਂਦਾ ਵੀ ਏਕਮ ਨੂੰ ਆਹ ਕਰਨਾ ਹੈ, ਦੂਜ ਨੂੰ ਆਹ ਕਰਨਾ ਹੈ। ਤੁਸੀਂ ਹੈਰਾਨ ਹੋਵੋਗੇ, ਜਿਹੜਾ ਦੂਜ ਨੂੰ ਕਰਨਾ ਹੈ ਉਹ ਏਕਮ ਨੂੰ ਕਰ ਲਿਆ, ਔਰ ਜਿਹੜਾ ਏਕਮ ਨੂੰ ਕਰਨਾ ਹੈ ਦੂਜ ਨੂੰ ਕਰ ਲਿਆ, ਤੇ ਫਾਇਦੇ ਦੀ ਥਾਂ ਤੇ ਲਿਖਿਆ ਵੀ ਨੁਕਸਾਨ ਹੋ ਜਾਏਗਾ। ਤੋ ਮਨੁੱਖ ਉਹਨੂੰ ਫੋਲੋ ਹੀ ਨਹੀਂ ਕਰ ਸਕਦਾ। ਇਸ ਲਈ ਸੌਖਾ ਜਿਹਾ ਤਰੀਕਾ ਹੈ ਵੀ ਮੱਸਿਆ ਤੋਂ ਅਗਲੇ ਦਿਨ ਹੀ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿਓ, ਰੋਜ਼ ਕਰੋ। ਉਹੀ ਤੇ ਗੁਰਬਾਣੀ ਕਹਿੰਦੀ, ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਜੇ ਅਸੀਂ ਇਹ ਵੇਲਾ ਵਿਚਾਰਨਾ ਹੋਵੇ ਵੀ ਕਿਹੜੇ ਵੇਲੇ, ਕਿਹੜੀ ਤਰੀਕ, ਕਿਹੜੇ ਵਾਰ ਨੂੰ ਕਿੰਨੇ ਵਜੇ ਨਾਮ ਜਪਣਾ ਚਾਹੀਦਾ, ਤੇ ਮਹਾਰਾਜ ਕਹਿੰਦੇ ਕੋਈ ਵਕਤ ਨਹੀਂ, ਸਾਰੇ ਵਕਤ ਚੰਗੇ ਨੇ। ਹਾਂ ਇੰਨਾ ਜ਼ਰੂਰ ਹੈ ਬਈ ਰੋਜ਼ਾਨਾ ਜੇ ਅੰਮ੍ਰਿਤ ਵੇਲੇ ਕਰੇ ਤੇ ਤੈਨੂੰ ਸਹਾਇਤਾ ਮਿਲੇਗੀ, ਤੈਨੂੰ ਥੋੜਾ ਜਿਹਾ ਲਾਭ ਹੋ ਜਾਏਗਾ, ਤੈਨੂੰ ਸਿਮਰਨ ਵਿੱਚ ਜੁੜਨ ਵਿੱਚ ਨਾ ਤੇਰੀ ਮਦਦ ਹੋ ਜਾਏਗੀ, ਕਿਉਂਕਿ ਅੰਮ੍ਰਿਤ ਵੇਲੇ ਸਨਾਟਾ ਹੁੰਦਾ ਹੈ, ਅੰਮ੍ਰਿਤ ਵੇਲੇ ਇਕਾਗਰਤਾ ਬਣਦੀ ਹੈ, ਹੋਰ ਕੋਈ ਵਿਚਾਰ ਨਹੀਂ। ਤੁਸੀਂ ਹੈਰਾਨ ਹੋਵੋਗੇ, ਅਸੀਂ ਸੁਚਮਤਾ ਤੇ ਬੜਾ ਜ਼ੋਰ ਦਿੱਤਾ ਹੈ। ਸੁਚਮਤਾ ਹੋਣੀ ਚਾਹੀਦੀ ਹੈ। ਤੁਸੀਂ ਕੇਲੇ ਖਰੀਦੇ ਨੇ ਬਾਜ਼ਾਰ ਚੋਂ, ਤੁਰੇ ਜਾਂਦੇ ਆ ਮੋਟਰ ਤੇ ਭੁੱਖ ਲੱਗੀ ਏ, ਸ਼ੀਸ਼ਾ ਥੱਲੇ ਕਰਕੇ ਕੇਲੇ ਖਰੀਦੇ ਨੇ, ਤੇ ਤੁਸੀਂ ਧੋ ਲਓ ਤੇ ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ। ਮੈਂ ਇਹ ਸੁਚਮਤਾ ਦਾ ਖੰਡਨ ਨਹੀਂ ਕਰਦਾ, ਪਰ ਇੱਕ ਵਹਿਮ ਵਾਲੀ ਸੁਚਮਤਾ। ਅੱਜ ਢਿੱਲੇ ਆ, ਇਸ਼ਨਾਨ ਨਹੀਂ ਹੋਇਆ, ਤੇ ਅੱਜ ਨਿਤਨੇਮ ਨਹੀਂ ਕਰਨਾ, ਮੈਂ ਤੇ ਗੁਟਕੇ ਨੂੰ ਹੱਥ ਨਹੀਂ ਲਾਣਾ। ਕਿਉਂ ਜੀ? ਮੈਂ ਤੇ ਇਸ਼ਨਾਨ ਨਹੀਂ ਕੀਤਾ। ਹੁਣ ਮੈਂ ਜਿਹੜੀ ਗੱਲ ਕਹਿਣੀ ਹੈ ਮੈਨੂੰ ਖਿਮਾ ਕਰ ਦੇਣਾ, ਮੈਂ ਤੇ ਫਲਸ਼ ਦੇ ਵਿੱਚ ਬੈਠ ਕੇ ਵੀ ਵਾਹਿਗੁਰੂ ਵਾਹਿਗੁਰੂ ਕਰ ਲੈਣਾ ਵਾ। ਮੈਨੂੰ ਤੇ ਫਲਸ਼ ਵਿੱਚ ਬੈਠਿਆ ਵੀ ਮੇਰੀ ਸੁਰਤ ਵਿੱਚ ਸ਼ਬਦ ਆ ਜਾਂਦਾ ਵੀ ਅੱਜ ਮੇਰੇ ਫਲਾਣੇ ਸ਼ਬਦ ਦੀ ਟਰਮ ਹੈ। ਤੇ ਇਹ ਤੇ ਗੁਰਮਤ ਵਿੱਚ ਕੋਈ ਵਿਚਾਰ ਨਹੀਂ ਗੀ। ਉਹ ਤੇ ਹਰ ਥਾਂ ਦੇ ਉੱਤੇ ਵਾਸ ਕਰਦਾ ਹੈ, ਉਹ ਤੇ ਤੇਰੇ ਅੰਦਰ ਵੀ ਵਾਸ ਕਰਦਾ ਹੈ। ਜਿਸ ਤੇਰੇ ਅੰਦਰ ਇੱਕ ਯੂਰਨ ਦਾ ਬਲੈਡਰ ਹੈ, ਜਿਸ ਤੇਰੇ ਅੰਦਰ ਇੱਕ ਵਿਸ਼ਟਾ ਦਾ ਵੱਖਰਾ ਖਾਨਾ ਹੈ, ਜੇ ਤੇਰੇ ਅੰਦਰ ਵਿਸ਼ਟਾ ਹੈ, ਅਸਤ ਹੈ, ਰਕਤ ਹੈ, ਔਰ ਪ੍ਰੇਟੇ ਚਾਮ, ਉਹਦੇ ਅੰਦਰ ਵੀ ਉਹ ਵਾਸ ਕਰਦਾ ਹੈ। ਉਹਨੂੰ ਤੇ ਕੋਈ ਘ੍ਰਿਣਾ ਨਹੀਂ ਇਸ ਗੱਲ ਤੋਂ ਵੀ ਤੇਰੇ ਅੰਦਰ ਬੜੀ ਗੰਦਗੀ, ਮੈਂ ਤੇਰੀ ਦੇਹੀ ਵਿੱਚ ਵਾਸ ਕਿਉਂ ਕਰਾਂ। ਤੋ ਇਸ ਤਰ੍ਹਾਂ ਦੀ ਸੁਚਮਤਾ ਦਾ ਗੁਰਮਤ ਦਾ ਕੋਈ ਵਹਿਮ ਨਹੀਂਗਾ। ਖੈਰ, ਪਰਿਵਾ ਪ੍ਰੀਤਮ ਕਰੋ ਵਿਚਾਰ, ਘਟ ਮੈਂ ਖੇਲੈ ਅਕਟ ਅਪਾਰ। ਘਟ ਮੈਨੇ ਹਿਰਦਾ, ਖੇਲੈ ਮੈਨੇ ਖੇਡਦਾ। ਧਿਆਨ ਦਿਆ ਜੇ, ਸੁਰ ਤੇ ਜ਼ੋਰ ਦੇ ਕੇ ਸੁਣਿਓ। ਸਾਡੇ ਹਿਰਦੇ ਵਿੱਚ ਵਾਹਿਗੁਰੂ ਖੇਡਦਾ ਹੈ, ਸਾਡੇ ਹਿਰਦੇ ਵਿੱਚ ਵਾਹਿਗੁਰੂ ਚੌਂਕੜਾ ਮਾਰ ਕੇ ਬੈਠਾ। ਅਕਟ, ਘਟ ਮੈਨੇ ਹਿਰਦਾ, ਇਸੇ ਇੱਕੋ ਲਾਈਨ ਵਿੱਚ ਇੱਕ ਵਾਰ ਘਟ ਆਇਆ, ਇੱਕ ਵਾਰੀ ਅਕਟ ਆਇਆ। ਘਟ ਮੈਨੇ ਹਿਰਦਾ ਤੇ ਅਕਟ ਮੈਨੇ ਜਿਹੜਾ ਹਿਰਦੇ ਤੋਂ ਜੁਦਾ ਵੀ ਹੈ। ਉਹ ਕਿਵੇਂ ਜੀ? ਉਹ ਸਾਡੇ ਹਿਰਦੇ ਵਿੱਚ ਵੀ ਬੈਠਾ ਹੈ ਤੇ ਹਿਰਦੇ ਤੋਂ ਬਾਹਰ ਵੀ ਬੈਠਾ ਹੈ। ਯਾਨੀ ਕਿ ਉਹ ਸਾਡੇ ਸਾਰਿਆਂ ਵਿੱਚ ਬਿਰਾਜਮਾਨ ਹੈ, ਪਰ ਜਦੋਂ ਸਾਨੂੰ ਗੁੱਸਾ ਆਉਂਦਾ ਹੈ ਉਹਨੂੰ ਗੁੱਸਾ ਨਹੀਂ ਆਉਂਦਾ। ਜਦੋਂ ਸਾਡੇ ਵਿੱਚ ਕੋਈ ਹੋਰ ਕਿਸੇ ਪ੍ਰਕਾਰ ਦਾ ਕੋਈ ਵਕਾਰ ਆਉਂਦਾ ਹੈ ਤੇ ਵਾਹਿਗੁਰੂ ਵਿੱਚ ਉਹ ਵਕਾਰ ਨਹੀਂ ਆਉਂਦਾ। ਜੀ ਇਹ ਕਿਵੇਂ ਹੋ ਸਕਦਾ ਹੈ?
ਤਾਂ ਫਿਰ ਬਾਣੀ ਨੇ ਸਾਨੂੰ ਦੱਸਿਆ ਵੀ ਹੋ ਸਕਦਾ। ਕਹਿਣ ਲੱਗੇ ਜੀ ਲੌਜਿਕ ਦਿਓ, ਕੀ ਦਿੰਦੇ ਹੋ? ਫਿਰ ਨਾਮਦੇਵ ਸਾਹਿਬ ਨੇ ਇੱਕ ਬਚਨ ਕੀਤਾ, ਆਖਣ ਲੱਗੇ ਜਿਵੇਂ ਤੁਸੀਂ ਸ਼ੀਸ਼ੇ ਦੇ ਅੰਦਰ ਮੂੰਹ ਤੱਕਦੇ ਹੋ, ਤੁਹਾਡਾ ਅਕਸ਼, ਤੁਹਾਡਾ ਪ੍ਰਤੀਬਿੰਬ ਉਹਦੇ 'ਚ ਚਲਾ ਜਾਂਦਾ ਹੈ, ਪਰ ਸ਼ੀਸ਼ਾ ਤੁਹਾਡੇ ਮੂੰਹ ਤੱਕ ਨਹੀਂ ਆਉਂਦਾ। ਨਿਤਰਿਆ ਹੋਇਆ ਪਾਣੀ ਹੋਵੇ, ਰੁਕਿਆ ਹੋਇਆ ਪਾਣੀ, ਸਾਫ਼ ਸੁਥਰਾ ਟਿਕਾ ਵਿੱਚ ਪਾਣੀ ਹੋਵੇ, ਉਹਦੇ ਕੋਲ ਖੜੇ ਹੋ ਕੇ ਜਾਂ ਬੈਠ ਕੇ ਅੱਗੇ ਨੂੰ ਝੁੱਕ ਕੇ ਵੇਖੀਏ ਤੇ ਸਾਡਾ ਪ੍ਰਤੀਬਿੰਬ ਪਾਣੀ ਵਿੱਚ ਚਲਾ ਜਾਂਦਾ ਹੈ। ਪਰ ਉਹ ਜਿਹੜਾ ਪਾਣੀ ਹੈ, ਜੇ ਉਹਨੂੰ ਚੈੱਕ ਕਰੀਏ ਚਿਹਰੇ ਤੋਂ, ਤੇ ਉਹ ਪਾਣੀ ਦੀ ਪਹੁੰਚ ਸਾਡੇ ਚਿਹਰੇ ਤੱਕ ਨਹੀਂ ਗੀ ਹੁੰਦੀ। ਇਸੇ ਪ੍ਰਕਾਰ ਪ੍ਰਮਾਤਮਾ ਸਾਡੇ ਅੰਦਰ ਹੁੰਦਾ ਹੋਇਆ ਵੀ ਸਾਡੇ ਫੁਰਨਿਆਂ ਤੋਂ ਨਿਰਲੇਪ ਰਹਿ ਜਾਂਦਾ ਹੈ। ਪਾਣੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸੁਆਮੀ ਬੀਠਲ ਐਸਾ। ਘਟ ਮੈਂ ਖੇਲੈ ਅਘਟ ਅਪਾਰ। ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ ਵਿੱਚ ਹੈ, ਸਾਡੇ ਹਿਰਦੇ ਤੋਂ ਬਾਹਰ ਵੀ ਹੈ, ਅੰਦਰ ਵੀ ਹੈ, ਬਾਹਰ ਵੀ ਹੈ, ਨਿਰਲੇਪ ਹੈ। ਕਾਲ ਕਲਪਨਾ ਕਦੇ ਨਾ ਖਾਏ। ਜਿਹੜਾ ਪਰਵਾ ਪ੍ਰੀਤਮ ਕਰੋ ਵਿਚਾਰ ਨੂੰ ਧਾਰਨ ਕਰ ਲੈਂਦਾ ਨਾ, ਉਹਨੂੰ ਫਿਰ ਕਾਲ ਕਲਪਨਾ ਕਦੇ ਨਾ ਖਾਏ। ਕਾਲ ਮੈਨੇ ਮੌਤ, ਕਾਲ ਦੇ ਅਰਥ ਸਮਾਂ ਵੀ ਨੇ। ਸਾਧ ਸੰਗਤ ਗੁਰਬਾਣੀ ਵਿੱਚ ਕਾਲ ਦੇ ਅਰਥ ਸਮਾਂ ਵੀ ਆਉਂਦਾ ਹੈ, ਕਾਲ ਦੇ ਅਰਥ ਮੌਤ ਵੀ ਆਉਂਦਾ ਹੈ। ਉਹਨੂੰ ਫਿਰ ਜਿਹੜੀ ਇੱਕ ਕਲਪਨਾ ਹੈ ਨਾ, ਇੱਕ ਸਾਡੇ ਸੰਕਲਪ ਮਨ ਵਿੱਚ ਰਹਿੰਦਾ ਵੀ ਫਲਾਣਾ ਗੁਜ਼ਰ ਗਿਆ, ਫੋਨ ਆਇਆ, ਫਲਾਣਾ ਬਿਮਾਰ ਚੱਲ ਰਿਹਾ, ਉਹ ਕਹਿੰਦੇ ਨੇ ਵੀ ਬਹੁਤ ਜ਼ਿਆਦਾ ਬਿਮਾਰ ਹੈ, ਮੁਸ਼ਕਲ ਹੀ ਬਚੇਗਾ। ਤੋ ਇਸ ਤਰ੍ਹਾਂ ਦੇ ਕਈ ਚਾਂਸ ਹੋ ਕੇ ਮੌਤ ਦਾ ਖਿਆਲ ਸਾਨੂੰ ਵੀ ਆਉਂਦਾ ਰਹਿੰਦਾ ਹੈ ਨਾ। ਮੌਤ ਦੀ ਕਲਪਨਾ ਕਿਤੇ ਕਿਤੇ ਮਨ ਚ ਆਉਂਦੀ ਹੈ ਵੀ ਹਾਏ ਮੈਂ ਮਰ ਨਾ ਜਾ। ਜਿਹੜਾ ਪਰਵਾ ਪ੍ਰੀਤਮ ਕਰੋ ਵਿਚਾਰ ਨੂੰ ਫੋਲੋ ਕਰ ਲੈਂਦਾ ਨਾ, ਉਹਨੂੰ ਮੌਤ ਡਰਾ ਨਹੀਂ ਸਕਦੀ, ਮੌਤ ਡਰਾ ਨਹੀਂ ਸਕਦੀ। ਅੱਜ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਸ਼ਹੀਦੀ ਦਿਹਾੜਾ ਵੀ ਹੈ, ਔਰ ਇਹ ਸ਼ਹਾਦਤ ਹਜ਼ੂਰ ਨੇ ਆਪ ਚੁਣੀ। ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਨੇ 9ਵੇਂ ਪਾਤਸ਼ਾਹ ਦੀ ਜਿਹੜੀ ਜੀਵਨੀ ਲਿਖੀ ਨਾ, ਪੁਸਤਕ ਲਿਖੀ, ਉਸ ਪੁਸਤਕ ਦਾ ਉਹਨਾਂ ਨੇ ਨਾਮ ਰੱਖਿਆ ਇਤੀ ਜਿਨ ਕਰੀ। 10 ਵੋਲਿਊਮ ਉਹਨਾਂ ਨੇ ਲਿਖੇ। ਗੁਰੂ ਨਾਨਕ ਸਾਹਿਬ ਤੋਂ ਬਲਿਓ ਚਿਰਾਗ, ਦੂਜੇ ਗੁਰੂ ਦਾ ਕੁਦਰਤੀ ਨੂਰ, ਤੀਜੇ ਦਾ ਪਰਬਤ ਮੇਰਾਨ, ਚੌਥੇ ਦਾ ਪੂਰੀ ਹੋਈ ਕਰਾਮਾਤ, ਪੰਜਵੇਂ ਦਾ ਪ੍ਰਤੱਖਾਰ, ਛੇਵੇਂ ਦਾ ਭਾਰੀ ਗੁਰ, ਸਤਵੇਂ ਦਾ ਨਿਰਭਉ ਨਿਰਵੈਰ, ਅੱਠਵੇਂ ਦਾ ਅਸ਼ਟਮ ਬਲਬੀਰਾ, ਔਰ ਇਤੀ ਜਿਨ ਕਰੀ, ਔਰ 10ਵੇਂ ਦਾ ਪੁਰਖ ਭਗਵੰਤਾ। ਵੈਸੇ ਤੇ ਉਹਨਾਂ ਨੇ 100 ਕਿਤਾਬਾਂ ਲਿਖੀਆਂ, ਔਰ ਕੋਈ ਜ਼ਮਾਨਾ ਸੀ ਬਈ 99.9% ਜਿਹੜੇ ਕਥਾਕਾਰ ਨੇ ਉਹ ਪ੍ਰਿੰਸੀਪਲ ਸਤਬੀਰ ਸਿੰਘ ਨੂੰ ਹੀ ਪੜ੍ਹਦੇ ਹੁੰਦੇ ਸਨ। ਖੈਰ, ਉਹਨਾਂ ਨੇ ਜਿਹੜੀ ਇਤੀ ਜਿਨ ਕਰੀ ਕਿਤਾਬ ਲਿਖੀ, ਜੀਵਨੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ, ਉਹਦੇ 'ਚ ਇੱਕ ਗੱਲ ਉਹਨਾਂ ਇਹ ਵੀ ਲਿਖੀ ਵੀ ਆਮ ਤੌਰ ਤੇ ਕਾਤਲ ਮਕਤੂਲ ਕੋਲ ਚੱਲ ਕੇ ਜਾਂਦਾ ਹੈ। ਜਿਹਨੇ ਕਤਲ ਹੋਣਾ ਹੈ ਉਹ ਮਕਤੂਲ ਹੈ, ਔਰ ਜਿਹਨੇ ਕਤਲ ਕਰਨਾ ਹੈ ਉਹ ਕਾਤਲ ਹੈ। ਇੱਕ ਕਾਤਲ, ਇੱਕ ਮਕਤੂਲ, ਇੱਕ ਮਾਰਨ ਵਾਲਾ ਤੇ ਦੂਸਰਾ ਮਰਨ ਵਾਲਾ, ਮਕਤੂਲ। ਆਮ ਤੌਰ ਤੇ ਕਾਤਲ ਮਕਤੂਲ ਕੋਲ ਚੱਲ ਕੇ ਜਾਂਦਾ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਸੀਂ ਖੁਦ ਕਾਤਲ ਕੋਲ ਚੱਲ ਕੇ ਆ ਕੇ ਸ਼ਹੀਦੀ ਜਿਹੜੀ ਪ੍ਰਾਪਤ ਕੀਤੀ, ਤੁਸੀਂ ਉਸ ਅਖਾਣ ਦੇ ਅਰਥ ਕਰ ਦਿੱਤੇ ਵੀ ਉਲਟੀ ਗੰਗਾ ਵਹਾਣੀ। ਗੰਗਾ ਤੇ ਗੰਗੋਤਰੀ ਚੋਂ ਨਿਕਲ ਕੇ ਬੰਗਾਲ ਦੀ ਖਾੜੀ ਵਿੱਚ ਡਿੱਗਦੀ ਏ, ਪਰ ਤੁਸੀਂ ਇਹ ਜਿਹੜੀ ਕਹਾਵਤ ਸੀ, ਇਹ ਜਿਹੜੀ ਪ੍ਰਸਿੱਧ ਗੱਲ ਸੀ, ਇਹਨੂੰ ਮੂਰਤੀਮਾਨ ਕਰਕੇ ਸਾਨੂੰ ਅਰਥ ਕਰ ਦਿੱਤੇ ਵੀ ਉਲਟੀ ਗੰਗਾ ਵਹਾਣੀ ਕੀ ਹੁੰਦੀ ਹੈ। ਤੋ ਅੱਜ 9ਵੇਂ ਪਾਤਸ਼ਾਹ ਦਾ ਪਵਿੱਤਰ ਸ਼ਹੀਦੀ ਦਿਹਾੜਾ ਵੀ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ 2 ਨਾਨਕੀਆਂ ਮਸ਼ਹੂਰ ਨੇ, ਇੱਕ ਬੇਬੇ ਨਾਨਕੀ, ਦੂਸਰੀ ਮਾਤਾ ਨਾਨਕੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ
3 महल दामोदरी और माता नानकी और मरवाही। सब तो छोटे माता नानकी जी की कुख तो और वाहिद इको ही गुरु साहब ने 9वें पातशाह जिन्हां दा प्रकाश श्री अमृतसर साहब विच होया। गुरु नानक साहब सच्चे पातशाह का पावन प्रकाश राय भोए की तलवंडी, असी मान नाल ननकाना साहब कहने आ, पर प्रॉपर नां ते राय भोए की तलवंडी है ना। राय बुलार का यह नगर सी, उहदे नां तो ही नगर का नां पिया सी। और तलवंडियां ते बहुत ने पंजाब दे विच, तुसीं तलवंडी का अर्थ भी समझदे ही हो। तो बहुत सारे पिंड माजरा माजरी। तो गुरु अंगद साहब का नागे की सरां, मते की सरां भी कहिंदे ने, मुक्तसर साहब दे कोल। तीजे पातशाह का गोइंदवाल साहब, चौथे का लाहौर, पंजवें पातशाह का फिर गोइंदवाल साहब, छेवें पातशाह का प्रकाश अमृतसर साहब च हो सकता सी, क्योंकि उन्हें दिनी पंजवें पातशाह की रिहाइश जिहड़ी सी वो इत्थे अमृतसर विच ही सी। एक जिहड़ी रिहाइश सी ना गुरु सबान की, चौथे पातशाह ने शुरू की हरमंदर साहब तो थोड़ी हटवीं, उसी ते रिहाइश जिवें आम घर हुंदा है। पर हुण क्योंकि गुरु साहब रहन लग पे, इस करके शब्द बन गया भी कित्थे चलिओ जी, मैं तो गुरु के महलों च चलिया वां, गुरु के महलों में चले। गुरुद्वारे का नाम ही गुरु के महल पै गया। पर उन्नी दिन ही पिरथी चंद की ब्योंतबंदी सी भी मैं बच्चे नूं जन्म लैण ही नहीं देना। जन्म तो बाद भी कतल करने की कोशिश की गई, लिहाजा महाराज ने माता गंगा जी नूं वडाली भेज दिता। बाद विच वो शेरटा नाम करके प्रसिद्ध होया। तो इस प्रकार फिर छेवें पातशाह का प्रकाश भी अमृतसर साहब के भावें नेड़े होया, पर प्रॉपर अमृतसर साहब नहीं होया। सतवें पातशाह का प्रकाश भी कीरतपुर साहब, 8वें का भी कीरतपुर साहब, 10वें पातशाह का पावन प्रकाश पटना साहब की धरती ते होया। केवल 9वें पातशाह ने जिन्हां दा इस पवित्र नगरी गुरु साहब वालों वरसाई हुई नगरी श्री अमृतसर साहब दे विच गुरु के महल प्रकाश होया। बचपन तो ही आप जी का सुभाव जिहड़ा सी वो त्यागी बिरती का सी। हजूर ने नाम भी त्यागमाली रखिया सी। और वैसे तो जदों कोई गुरु साहब 54 साल की हयाती शरीर विच बतीत करन बड़े घटनाक्रम हुंदे ने, पर आम तौर पर इतिहासकार कुछ खास खास गल्लां नूं वो दर्ज करते हैं। बाकी गल्लां आईयां गईयां हो जांदियां ने, ये भी मर्ज करते हैं। जो गुरुआं दा इतिहास है सिर्फ वो इतिहास नहीं, बहुत कुछ वापरिया होवेगा रोज़मर्रा की जिंदगी विच, पर वो सारियां गल्लां लिखत विच नहीं आईयां। एक घटना का बचपन विच जिक्र है। गुरु के महल रिहाइश सी ते गुरु हरगोबिंद साहब महाराज जी दे 5 पुत्र ते 1 पुत्री। बेटी का नाम बीबी वीरो करके प्रसिद्ध है। और 5 पुत्रां विचों सब तो छोटे त्यागमल जी ने, जिहड़े बाद विच धन श्री गुरु तेग बहादुर के नाम नाल प्रसिद्ध होए। और सब तो वड्डे पुत्र जिहड़े ने उन्हां दा नाम है गुरदित्ता जी। उन्हां बारे भी बड़े बचन ने, आम तौर पर उन्होंने बाबा गुरदित्ता करके संगत मुखातब हुंदी है। और उन्हां नाल इह भी जुड़िया भी बाबा गुरदित्ता दीन दुनी दा टिक्का, जो मंगिया सो वर दिता। बाद विच बाबा गुरदित्ता जी दे घर दे विच ही गुरता गद्दी आई ना। पहला गुरु हरराय साहब, फिर गुरु हरकृष्ण साहब, ते फिर गुरु हरकृष्ण साहब तो वापस दादे कोल, जिन्हों पंजाबी च असीं बाबा भी कहने आ, रिश्ते विचों गुरु तेग बहादुर साहब दादे लगदे सन। तो छोटी आरबला दे विच गुरु के महल दे अस्थान का एक वाਕਿਆ है भी बाबा गुरदित्ता जी की बरात जानी सी। ते बरात दे विच आम तौर पर नवे नवे बस्तर चहल पहल हुंदी है। तो बड़े सुंदर बस्तर जिहड़े सन माता नानकी जी ने बड़े चाह नाल त्यागमल जी नूं पवाए। आखिर वो गुरु पुत्र ने, पदार्थां दी ते वस्त्रां दी गहणियां दी ते कोई कमी नहीं। उन्हां जमानिਆਂ ਵਿੱਚ गहणे पाण ਦਾ भी रिवाज सी, जिहड़ा गल ਵਿੱਚ हार
ਆਮ ਤੌਰ ਤੇ ਬੀਬੀਆਂ ਪਾਉਂਦੀਆਂ ਨੇ। ਹੁਣ ਕੋਈ ਮੇਲ ਪਾਏ ਤੇ ਲੋਕੀ ਹੱਸਣਗੇ, ਪਰ ਇਹ ਗਹਿਣਾ ਮੇਲ ਵੀ ਪਾਉਂਦੇ ਹੁੰਦੇ ਸਨ, ਮਨੁੱਖ ਪੁਰਸ਼ ਵੀ ਪਾਉਂਦੇ ਹੁੰਦੇ ਸਨ। ਤੋ ਬੇਬੇ ਨਾਨਕੀ ਜੀ ਨੇ ਤਿਆਰ ਕੀਤਾ। ਹੁਣ ਕਿਉਂਕਿ ਬਰਾਤ ਜਾਣੀ ਹੈ, ਤੇ ਉਦੋਂ ਇੱਕ ਇਹ ਵੀ ਰਿਵਾਜ ਹੁੰਦਾ ਸੀ ਵੀ ਬਰਾਤ ਨੂੰ ਜਾਂਦੀ ਨੂੰ ਵੀ ਤੱਕਣਾ ਤੇ ਬਰਾਤ ਨੂੰ ਆਉਂਦੀ ਨੂੰ ਵੀ ਲੋਕਾਂ ਨੇ ਤੱਕਣਾ। ਇਹ ਤੇ ਮੇਰੀ ਸੰਭਾਲ ਦੀ ਗੱਲ ਹੈ। ਬਰਾਤ ਜਦੋਂ ਜਾਣੀ ਨਾ, ਤੇ ਸਾਰਾ ਨਗਰ ਜਿਹੜਾ ਬਾਹਰ ਨਿਕਲ ਕੇ ਖੜਾ ਹੁੰਦਾ ਸੀ। ਹੁਣ ਤੇ ਪਤਾ ਹੀ ਨਹੀਂ ਵੀ ਬਰਾਤ ਨੇ ਆਉਣਾ ਕਿੱਥੇ ਹੈ, ਕਿਹੜਾ ਬੈਂਕੁਏਟ ਹਾਲ ਹੈ, ਕਿਹੜਾ ਮੈਰਿਜ ਪੈਲੇਸ ਹੈ। ਜਿਨ੍ਹਾਂ ਕੋਲ ਕਾਰਡ ਹੈ ਉਹਨਾਂ ਨੂੰ ਪਤਾ, ਦੂਜਿਆਂ ਨੂੰ ਪਤਾ ਹੀ ਨਹੀਂ ਕੀ, ਤੇ ਉਹ ਵੇਖਣਗੇ ਕੀ। ਪਰੰਪਰਾ ਬਦਲ ਗਈ ਸਮੇਂ ਦੇ ਨਾਲ, ਇਹ ਸਭ ਕੁਝ ਹੁੰਦਾ ਹੈ, ਐਕਸੈਪਟ ਕਰਨਾ ਪੈਂਦਾ। ਤੋ ਸਾਰੇ ਲੋਕ ਨਗਰ ਦੇ ਜਿਨ੍ਹਾਂ ਨੇ ਬਰਾਤ ਵਿੱਚ ਜਾਣਾ ਸੀ ਉਹ ਵੀ ਆਏ, ਜਿਨ੍ਹਾਂ ਨੇ ਨਹੀਂ ਸੀ ਜਾਣਾ ਮੇਲ ਵੀ ਖੜਾ ਹੈ। ਆਲੇ ਦੁਆਲੇ ਦੀਆਂ ਗਲੀਆਂ ਵਿੱਚੋਂ ਵੀ ਲੋਕ ਨਿਕਲ ਆਏ। ਹੁਣ ਇੱਕ ਛੋਟਾ ਜਿਹਾ ਬੱਚਾ ਗਰੀਬ ਪਰਿਵਾਰ ਦਾ, ਉਹਦਾ ਵੀ ਦਿਲ ਕੀਤਾ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਦੀ ਬਰਾਤ ਜਾ ਰਹੀ ਹੈ, ਮੈਂ ਵੀ ਵੇਖਣੀ ਹੈ। ਉਹ ਵੀ ਆ ਕੇ ਖੜਾ ਹੋ ਗਿਆ। ਹੁਣ ਜਦੋਂ ਅੱਗੇ ਖੜਾ ਹੋ ਗਿਆ ਤੇ ਤਨ ਤੋਂ ਨੰਗਾ ਹੈ, ਗਰੀਬ ਹੈ, ਤਨ ਦੇ ਉੱਤੇ ਕੱਪੜੇ ਕੋਨੀ। ਔਰ ਇੱਕ ਨੇ ਝਿੜਕ ਮਾਰ ਕੇ ਆਖਿਆ ਵੀ ਕੱਪੜੇ ਪਾ ਕੇ ਨਹੀਂ ਆਇਆ। ਹੁਣ ਕੌਣ ਦੱਸੇ ਵੀ ਕੱਪੜੇ ਉਹਦੇ ਕੋਲ ਹੈ ਹੀ ਨਹੀਂ। ਉਹਨੇ ਝਿੜਕ ਮਾਰ ਕੇ ਪਿੱਛੇ ਖੜਾ ਕਰ ਦਿੱਤਾ। ਉਹ ਵਿਚਾਰਾ ਪਿੱਛੇ ਖੜਾ ਹੋ ਗਿਆ। ਹੁਣ ਪਿੱਛੇ ਖੜੇ ਹੋ ਜਾਈਏ, ਵੇਖਣ ਵਾਲੀ ਚੀਜ਼ ਹੋਵੇ ਨਾ, ਬੰਦੇ ਦੇ ਪੈਰ ਭਾਵੇਂ ਥੱਲਿਓਂ ਪਿੱਛੇ ਹੋਣ, ਬੰਦਾ ਗਰਦਨ ਹੀ ਅੱਗੇ ਕਰ ਕਰਕੇ ਦੇਖਦਾ, ਝੁਕ ਕੇ ਪਾਸੇ ਪਰਤ ਕੇ ਵੇਖਦਾ। ਉਹ ਇਸ ਤਰ੍ਹਾਂ ਹੀ ਕਰੇ। ਨਿਗਾਹ ਪੈ ਗਈ ਤਿਆਗ ਮੱਲ ਜੀ ਦੀ, ਔਰ ਜਿਸ ਵੇਲੇ ਨਿਗਾਹ ਪਈ ਤੇ ਉਹਦੇ ਕੋਲ ਜਾ ਕੇ ਖੜੇ ਹੋ ਗਏ। ਬੜੇ ਗੌਰ ਨਾਲ ਤੱਕਿਆ। ਵੀਰ ਤੂੰ ਕੀ ਕਰਨ ਆਇਆ? ਆਖਣ ਲੱਗਾ ਮੈਂ ਵੀ ਜੰਜ ਵੇਖਣ ਆਇਆ ਵਾਂ। ਮੇਰਾ ਵੀ ਦਿਲ ਕਰਦਾ ਸੀ ਜਦੋਂ ਜੰਜ ਜਾਂਦੀ ਕਿੱਦਾਂ ਦਾ ਮਾਹੌਲ ਹੁੰਦਾ, ਮੈਨੂੰ ਬੜਾ ਚੰਗਾ ਲੱਗਦਾ। ਮੈਨੂੰ ਇਹ ਵੇਖਣ ਨਹੀਂ ਦਿੰਦੇ, ਮੈਂ ਅੱਗੇ ਜਾ ਕੇ ਵੇਖਣੀ ਚਾਹੁੰਦਾ, ਪਰ ਮੈਨੂੰ ਇਹ ਝਿੜਕ ਕੇ ਪਿੱਛੇ ਖੜਾ ਕਰ ਦਿੰਦੇ। ਮੈਂ ਕੱਪੜੇ ਨਹੀਂ ਨਾ ਪਾਏ। ਇਤਿਹਾਸਕਾਰ ਕਹਿੰਦੇ ਨੇ ਇੱਕ ਇੱਕ ਕਰਕੇ ਬਟਨ ਖੋਲੇ, ਜਾਮਾ ਤਨ ਤੋਂ ਉਤਾਰਿਆ ਤੇ ਆਪਣੇ ਕਰ ਕਮਲਾਂ ਦੇ ਨਾਲ ਉਸ ਬੱਚੇ ਦੇ ਤਨ ਦੇ ਉੱਤੇ ਆਪਣੇ ਬਸਤਰ ਪਵਾਏ ਤੇ ਗੁੱਟ ਤੋਂ ਪਿਆਰ ਨਾਲ ਫੜ ਕੇ ਉਹਨੂੰ ਸਾਰਿਆਂ ਤੋਂ ਅੱਗੇ ਲਿਆ ਕੇ ਖੜਾ ਕਰ ਦਿੱਤਾ। ਕਹਿਣ ਲੱਗੇ ਲੈ ਹੁਣ ਤੂੰ ਇੱਥੇ ਖੜਾ ਹੋ, ਹੁਣ ਤੈਨੂੰ ਕੋਈ ਨਹੀਂ ਮਨਾ ਕਰੇਗਾ, ਹੁਣ ਤੂੰ ਬੜੇ ਸੋਹਣੇ ਬਸਤਰ ਪਾਏ ਹੋਏ ਨੇ। ਤੋ ਸਾਧ ਸੰਗਤ, ਇਹ ਇੱਕ ਸੰਕੇਤ ਹੈ ਵੀ ਇਹ ਕਿਸੇ ਨੂੰ ਨੰਗਾ ਨਹੀਂ ਵੇਖ ਸਕੇਗਾ। ਇਹਦੀ ਜਿਹੜੀ ਬਿਰਤੀ ਹੈ ਇਹ ਆਮ ਲੋਕਾਂ ਨਾਲੋਂ ਹਟ ਕੇ ਹੈ। ਹੁਣ ਏਡੀ ਉਮਰ ਦੇ ਜਿਹੜੇ ਬੱਚੇ ਨੇ ਉਹ ਤੇ ਇਸ ਤਰ੍ਹਾਂ ਦੇ ਬੱਚੇ ਨੂੰ ਮਜ਼ਾਕ ਕਰਦੇ ਨੇ, ਉਹਦਾ ਠੱਠਾ ਕਰਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਇਹ ਸਾਰਾ ਕੌਤਕ ਵੇਖ ਰਹੇ ਸਨ, ਔਰ ਉਹਨਾਂ ਨੇ ਆ ਕੇ ਪਿਆਰ ਕੀਤਾ, ਲਾਡ ਕੀਤਾ ਤੇ ਆਖਿਆ ਮੇਰਾ ਇਹ ਪੁੱਤਰ ਮਨੁੱਖਤਾ ਦੇ ਦਰਦ ਨੂੰ ਸਮਝੇਗਾ। ਮੇਰਾ ਇਹ ਪੁੱਤਰ, ਲੋਕੀ ਤੇ ਲੋਕਾਂ ਦੇ ਨੋਚ ਕੇ ਨਕਾਬ ਨੰਗਾ ਕਰਦੇ ਨੇ, ਮੈਂ ਤੇਰੀਆਂ ਕਮਜ਼ੋਰੀਆਂ, ਤੇਰਾ ਨੰਗਪੁਣਾ ਲੋਕਾਂ ਨੂੰ ਵਿਖਾਂਗਾ। ਮੇਰਾ ਪੁੱਤਰ ਲੋਕਾਂ ਦੇ ਪਰਦੇ ਟੱਕੇਗਾ, ਮੇਰਾ ਪੁੱਤਰ ਲੋਕਾਂ ਦੀ ਆਬਰੂ ਟੱਕੇਗਾ। ਹਜ਼ੂਰ ਦੇ ਮੁਖਾਰਬਿੰਦ ਚੋਂ ਆਵੇਸ਼ ਵਿੱਚ, ਜਜ਼ਬਾਤ ਵਿੱਚ ਕਈ ਬਚਨ ਇਸ ਤਰ੍ਹਾਂ ਦੇ ਕਿਰਪਾ ਵਾਲੇ ਨਿਕਲੇ, ਔਰ ਫਿਰ ਸਾਧ ਬਚਨ ਅਟਲਾਦਾ। ਜੋ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤੇ ਉਹ ਬਚਨ ਫਿਰ ਪੂਰੇ ਹੋ ਗਏ। ਸਮੇਂ ਦਾ ਪਹੀਆ ਆਪਣੀ ਚਾਲੇ ਚੱਲਦਾ ਰਿਹਾ। ਫਿਰ ਸਮਾਂ ਆਇਆ ਸਾਧ ਸੰਗਤ ਕਰਤਾਰਪੁਰ ਸਾਹਿਬ ਦੀ ਜੰਗ ਦਾ। ਦੋ ਕਰਤਾਰਪੁਰ ਨੇ, ਇੱਕ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ, ਇੱਕ ਕਰਤਾਰਪੁਰ ਜਿੱਥੇ ਹੁਣ ਉਹ ਜਿਹੜਾ ਪ੍ਰੋਪਰ ਥਾਂ ਹੈ, ਉੱਥੇ ਗੁਰੂ ਕੇ ਵੰਸ਼ਜ ਜੀ ਨੇ ਧੀਰ ਮੱਲ। ਹੁਣ ਜਿਹੜਾ ਉੱਥੇ ਸੱਜਣ ਬੈਠੇ ਨੇ ਉਹ ਗੁਰੂ ਕੇ ਵੰਸ਼ਜ ਨਹੀਂ, ਕਿਉਂਕਿ ਅੱਗੇ ਆ ਕੇ ਬਾਬੇ ਧੀਰ ਮੱਲ ਦੀ ਵੰਸ਼ ਜਿਹੜੀ ਸੀ ਉਹ ਖਤਮ ਹੋ ਗਈ। ਇਹ ਵੀ ਮੈਂ ਆਪ ਜੀ ਦੇ ਗਿਆਤ ਲਈ ਅਰਜ਼ ਕਰਦੇ ਹਾਂ। ਔਰ ਉਹ ਜਿਹੜੀ ਬੀੜ ਹੈ, ਜਿਹੜੀ ਬੀੜ ਬਾਕਾਇਦਾ ਮਹਾਰਾਜ ਨੇ ਉੱਥੇ ਆਪ ਭਾਈ ਗੁਰਦਾਸ ਤੋਂ ਲਿਖਵਾਈ ਸੀ, ਉਹ ਬੀੜ ਉਹਨਾਂ ਕੋਲ ਹੁਣ ਵੀ ਹੈ। ਆਖਿਆਂ ਵੇਖਿਆਂ ਦਰਸ਼ਨ ਕਰਵਾ ਦਿੰਦੇ ਨੇ। ਉਸ ਬੀੜ ਦੇ ਉੱਤੇ ਉਹਨਾਂ ਦਾ ਕਬਜ਼ਾ ਹੈ, ਔਰ ਉਹ ਸਾਰਾ ਸਥਾਨ ਵੀ ਉਹਨਾਂ ਦੇ ਕਬਜ਼ੇ ਵਿੱਚ ਹੀ ਹੈ। ਆਪ ਜੀ ਦੇ ਗਿਆਤ ਲਈ ਅਰਜ਼ ਕਰਾਂ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ ਵਿੱਚ ਨਹੀਂ ਹੈ। ਉਹਦੇ ਨਾਲ ਬਹੁਤ ਸਾਰੀ ਹੋਰ ਐਗਰੀਕਲਚਰ ਲੈਂਡ ਵੀ ਹੈਗੀ ਹੈ। ਖੈਰ ਉਹ ਵੱਖਰਾ ਵਿਸ਼ਾ, ਮੇਰਾ ਅੱਜ ਦਾ ਉਹ ਵਿਸ਼ਾ ਨਹੀਂ। ਇਸ ਕਰਤਾਰਪੁਰ ਵਿੱਚ ਇੱਕ ਜੰਗ ਹੋਇਆ ਸੀ ਜਿਹਦੀ ਰਹਿਨੁਮਾਈ ਪੈਂਦੇ ਖਾਨ ਨੇ ਕੀਤੀ ਸੀ। ਉਹਨੇ ਸ਼ਾਹਜਹਾਨ ਨੂੰ ਕਿਹਾ ਸੀ ਉੱਥੇ ਤੇ ਕੋਈ ਹੈ ਹੀ ਨਹੀਂ, ਸਾਰੇ ਪੱਠੇ ਵੱਢਣ ਵਾਲੇ ਲੋਕ ਨੇ, ਵਾਹੀਵਾਨ ਨੇ, ਡੰਗਰ ਪਾਲਣ ਵਾਲੇ, ਦਲਿਤ ਨੇ, ਜ਼ਿਮੀਂਦਾਰ ਨੇ, ਉਹਨਾਂ ਨੂੰ ਲੜਨ ਦਾ ਕੀ ਪਤਾ, ਤੂੰ ਮੇਰੇ ਨਾਲ ਫੌਜ ਕੱਲ, ਮੈਂ ਇਕੱਲਾ ਹੀ ਸਰ ਕਰ ਦਿਆਂਗਾ। ਉੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਇਹਨੇ ਵੰਗਾਰਿਆ ਸੀ ਤੇ ਮਹਾਰਾਜ ਨੇ ਆਪਣੇ ਹੱਥਾਂ ਨਾਲ ਹੀ ਪਾਲਿਆ ਸੀ ਤੇ ਆਪਣੇ ਹੱਥਾਂ ਨਾਲ ਹੀ ਇਹਦਾ ਫਿਰ ਸੰਘਾਰ ਵੀ ਕੀਤਾ ਸੀ।
ਕਰਤਾਰਪੁਰ ਦੇ ਜੰਗ ਵਿੱਚ। ਉਸ ਜੰਗ ਵਿੱਚ 9ਵੇਂ ਪਾਤਸ਼ਾਹ ਜਿਹੜੇ ਨੇ ਉਹ ਟੀਨਏਜਰ ਨੇ, ਕਿਉਂਕਿ 15 ਅਪ੍ਰੈਲ 1621 ਵਿੱਚ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਗੁਰੂ ਕੇ ਮਹਿਲ ਵਾਲੇ ਅਸਥਾਨ ਦੇ ਉੱਤੇ। ਔਰ ਇਹ ਜਿਹੜਾ ਜੰਗ ਹੈ ਇਹ 34 ਦੇ ਕਰੀਬ ਬਣਦਾ ਹੈ। 12-13 ਸਾਲ ਦੀ ਉਮਰ, 14 ਸਾਲ ਦੀ ਉਮਰ, ਅਟੇ ਸਟੇ, ਮੈਂ ਅਟੇ ਸਟੇ ਸ਼ਬਦ ਵਰਤ ਰਿਹਾ, ਬਣਦੀ ਏ। ਇਸ ਜੰਗ ਵਿੱਚ ਮਹਾਰਾਜ ਨੇ ਵੀ ਹਿੱਸਾ ਲਿਆ ਸੀ। ਸੱਚੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜੰਗ ਦੀ ਸਮਾਪਤੀ ਹੋਈ ਤੇ ਉਨੀ ਦਿਨੀ ਇੱਕ ਰਿਵਾਜ ਹੁੰਦਾ ਸੀ ਵੀ ਸਮਾਪਤੀ ਤੋਂ ਬਾਅਦ ਨਾ, ਜਿਵੇਂ ਸਾਧ ਸੰਗਤ ਆਪਾਂ ਇੱਥੇ ਬਿਲਡਿੰਗ ਮੁਕੰਮਲ ਹੋਈ, ਉਦਘਾਟਨ ਸਮਾਰੋਹ ਦੇ ਉੱਤੇ ਮਹਾਂਪੁਰਸ਼ ਕਾਰ ਸੇਵਾ ਵਾਲੇ ਸਟੇਜ ਤੇ ਸੱਜ ਗਏ, ਕਮੇਟੀ ਵੀ ਨਾਲ ਸੱਜ ਗਈ ਤੇ ਜਿਨ੍ਹਾਂ ਗੁਰਮੁਖਾਂ ਦਾ ਜਿਨ੍ਹਾਂ ਯੋਗਦਾਨ ਸੀ ਉਹ ਸਾਰਾ ਦਿਨ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇੱਕ ਪੁਰਾਣੀ ਪਰੰਪਰਾ ਸਾਡੀ। ਜੰਗਾਂ ਯੁੱਧਾਂ ਤੋਂ ਬਾਅਦ ਮਹਾਰਾਜ ਪਰਫਾਰਮੈਂਸ ਦੇਖਦੇ ਸਨ ਕਿਹਦੀ ਕਿਵੇਂ ਦੀ ਏ ਤੇ ਫਿਰ ਉਹਨਾਂ ਨੂੰ ਸਨਮਾਨਿਤ ਕਰਦੇ ਸਨ। ਦੀਵਾਨ ਲੱਗਾ, ਦੀਵਾਨ ਦੇ ਵਿੱਚ ਯੋਧਿਆਂ ਨੂੰ ਫਿਰ ਸਨਮਾਨਿਤ ਕੀਤਾ ਗਿਆ। ਔਰ ਜਦੋਂ ਸਨਮਾਨਿਤ ਕੀਤਾ ਗਿਆ ਤੇ ਮਹਾਰਾਜ ਕਹਿਣ ਲੱਗੇ ਤਿਆਗਮੱਲ ਨੂੰ ਵੀ ਆਵਾਜ਼ ਮਾਰੋ। ਆ ਗਏ। ਹਜ਼ੂਰ ਨੇ ਤੇਗ ਦੇ ਬੜੇ ਜ਼ੋਰ ਵਿਖਾਏ ਸਨ। ਹਜ਼ੂਰ ਨੇ ਦੀਵਾਨ ਦੇ ਵਿੱਚ ਆਪਣੇ ਪੁੱਤਰ ਤਿਆਗਮੱਲ ਨੂੰ ਸਰੋਪਾ ਪਾਇਆ ਔਰ ਇੱਕ ਬਚਨ ਕੀਤਾ ਵੀ ਪੁੱਤਰ ਨਾਮ ਮੈਂ ਵੀ ਪਹਿਲਾਂ ਹੀ ਤੇਰਾ ਰੱਖਿਆ ਸੀ, ਪਰ ਹੁਣ ਮੈਨੂੰ ਲੱਗਦਾ ਵੀ ਤੇਰਾ ਨਾਮ ਬਦਲ ਦੇਣਾ ਚਾਹੀਦਾ। ਤੂੰ ਸਿਰਫ ਤਿਆਗਮੱਲ ਨਹੀਂ, ਤੂੰ ਤੇਗ ਦਾ ਵੀ ਬਹਾਦਰ ਹੈ। ਤੂੰ ਤੇਗ ਦੇ ਬੜੇ ਜ਼ੋਰ ਦਿਖਾਏ ਨੇ, ਤੂੰ ਤੇਗ ਬੜੀ ਵਾਹੀ ਹੈ, ਇਸ ਲਈ ਤੂੰ ਕੱਲਾ ਤਿਆਗਮੱਲ ਨਹੀਂ, ਤੂੰ ਤੇਗ ਬਹਾਦਰ ਵੀ ਹੈ। ਹਜ਼ੂਰ ਨੇ ਇਹ ਜਿਹੜਾ ਤਖੱਲਸ ਸੀ, ਲਕਬ ਸੀ, ਇਹ 9ਵੇਂ ਪਾਤਸ਼ਾਹ ਨੂੰ ਉੱਥੇ ਬਖਸ਼ਿਸ਼ ਕੀਤਾ। ਕਿਹਨੇ? 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਤਿਆਗਮੱਲ ਨੂੰ ਤੇਗ ਬਹਾਦਰ ਵਿੱਚ ਬਦਲ ਦਿੱਤਾ। ਔਰ ਫਿਰ ਸਮਾਂ ਪਾ ਕੇ ਨਾ ਸਾਧ ਸੰਗਤ ਇਸੇ ਨਗਰ ਵਿੱਚ ਹੀ ਮਹਾਰਾਜ ਦਾ ਵਿਆਹ ਵੀ ਹੋਇਆ। ਮਾਮਾ ਕਿਰਪਾਲ ਚੰਦ ਦਾ ਨਾਂ ਤੇ ਤੁਸੀਂ ਬੜੀ ਵਾਰ ਸੁਣਿਆ। ਉਹਨਾਂ ਦੇ ਇੱਕ ਭਰਾ ਸਨ, ਕ੍ਰਿਸ਼ਨ ਲਾਲ ਨਾਂ ਸੀ ਉਹਨਾਂ ਦਾ। ਕਿਰਪਾਲ ਚੰਦ ਜੀ ਦੇ ਦੂਜੇ ਭਰਾ ਕ੍ਰਿਸ਼ਨ ਲਾਲ ਵੀ ਸਨ। ਔਰ ਮਾਤਾ ਗੁਜਰੀ ਜੀ ਨੂੰ ਤੇ ਆਪਾਂ ਕੌਣ ਨਹੀਂ ਜਾਣਦੇ, ਗੁਜਰ ਕੌਰ ਜੀ ਮਾਤਾ ਗੁਜਰੀ ਕਰਕੇ ਪ੍ਰਸਿੱਧ ਹੈ, ਇਸ ਕਰਕੇ ਮੈਨੂੰ ਕਹਿ ਲੈਣ ਦੇਣਾ। ਇਸੇ ਨਗਰ ਦੇ ਵਿੱਚ ਫਿਰ ਮਹਾਰਾਜ ਦਾ ਵਿਆਹ ਹੋਇਆ ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਹੁਰਾ ਸਾਹਿਬ ਦਾ ਨਾਂ ਸੀ ਭਾਈ ਲਾਲ ਚੰਦ। ਲਾਲ ਚੰਦ ਦੀ ਪੁੱਤਰੀ ਮਾਤਾ ਗੁਜਰੀ ਜੀ, ਪੁੱਤਰ ਕਿਰਪਾਲ ਚੰਦ ਤੇ ਕ੍ਰਿਸ਼ਨ ਚੰਦ। ਇਹ ਕ੍ਰਿਸ਼ਨ ਚੰਦ ਬਾਅਦ ਵਿੱਚ ਇਹ ਅੰਬਾਲੇ ਦੇ ਕੋਲ ਇੱਕ ਜਗ੍ਹਾ ਲਖਨਊ, ਉੱਥੇ ਚਲੇ ਗਏ ਸਨ ਔਰ ਫਿਰ ਉਹਨਾਂ ਦਾ ਪਰਿਵਾਰ ਉੱਥੇ ਹੀ ਵਸ ਗਿਆ ਸੀ। ਤੇ ਕਿਰਪਾਲ ਚੰਦ ਜਿਹੜੇ ਸਨ ਉਹ ਫਿਰ ਇਤਿਹਾਸ ਅਸੀਂ ਪੜ੍ਹਨੇ ਆ ਗੁਰੂ ਸਾਹਿਬ ਦੇ ਨਾਲ ਹੀ ਉਹ ਵਿਚਰਦੇ ਰਹੇ। ਤੋਂ ਬਾਅਦ ਵਿੱਚ ਕਲਗੀਧਰ ਪਾਤਸ਼ਾਹ ਦੇ ਨਾਲ ਵੀ ਉਹਨਾਂ ਨੇ ਵਿਚਰ ਕੇ ਸਲਾਹਕਾਰ ਦੀ ਸੇਵਾ ਜਿਹੜੀ ਉਹ ਕੀਤੀ। ਤੋ ਇਸ ਪ੍ਰਕਾਰ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਅਗਵਾਈ ਵਿੱਚ 9ਵੇਂ ਪਾਤਸ਼ਾਹ ਦਾ ਆਨੰਦ ਕਾਰਜ ਵੀ ਹੋਇਆ। ਫਿਰ ਸਮਾਂ ਆਇਆ ਜਦੋਂ ਮਹਾਰਾਜ ਨੇ ਬਾਬਾ ਗੁਰਦਿੱਤਾ ਜੀ ਦੇ ਵੱਡੇ ਸਪੁੱਤਰ ਸ਼੍ਰੀ ਗੁਰੂ ਖਿਮਾ ਕਰਨਾ ਛੋਟੇ ਸਪੁੱਤਰ ਬਾਬਾ ਗੁਰੂ ਹਰਰਾਏ ਸਾਹਿਬ ਜੀ, ਉੱਥੋਂ ਹੀ ਧੀਰਮਲ ਦਾ ਜਿਹੜਾ ਵਿਵਾਦ ਸ਼ੁਰੂ ਹੁੰਦਾ ਹੈ ਨਾ। 2 ਪੁੱਤਰ ਸਨ, ਇੱਕ ਧੀਰਮਲ ਸੀ ਤੇ ਧੰਨ ਗੁਰੂ ਹਰਰਾਏ ਸਾਹਿਬ ਸਨ। ਧੀਰਮਲ ਨੂੰ ਇਹ ਉਮੀਦ ਸੀ ਵੀ ਗੁਰਤਾ ਗੱਦੀ ਮੈਨੂੰ ਪ੍ਰਾਪਤ ਹੋਵੇਗੀ, ਪਰ ਗੁਰੂ ਘਰ ਵਿੱਚ ਤੇ ਵਿਧਾਨ ਹੈ ਵੀ ਤਖਤ ਰਾਜਾ ਸੋ ਬਹਿ ਜੋ ਤਖਤੈ ਲਾਇਕ ਹੋਏ। ਇੱਥੇ ਇੱਕ ਥੋੜੀ ਜੀ ਗੱਲ ਮੈਂ ਕਈ ਸੱਜਣ ਜਦੋਂ ਮੈਂ ਬੇਨਤੀ ਕਰਨਾ ਵਾ ਉਹ ਨਾਰਾਜ਼ ਵੀ ਹੋ ਜਾਂਦੇ ਨੇ, ਕਹਿੰਦੇ ਨੇ ਇਦਾਂ ਨਾ ਕਿਹਾ ਕਰੋ, ਪਰ ਮੈਨੂੰ ਕਹਿ ਲੈਣ ਦੇਣਾ। ਤਖਤ ਰਾਜਾ ਸੋ ਬਹਿ ਜੋ ਤਖਤੈ ਲਾਇਕ ਹੋਏ। ਇੱਕ ਵਿਅਕਤੀ ਡਾਕਟਰ ਨਹੀਂ ਹੈ, ਉਹਨੂੰ ਡਾਕਟਰ ਦੀ ਸੀਟ ਤੇ ਬਿਠਾਣਾ ਬੜਾ ਖਤਰਨਾਕ ਹੋ ਸਕਦਾ ਹੈ। ਇਹੀ ਕਾਰਨ ਸੀ ਵੀ ਬਾਬੇ ਸ੍ਰੀ ਚੰਦ ਦੀ ਵਾਰੀ ਨਹੀਂ ਆਈ, ਲక్ష్ਮੀ ਚੰਦ ਦੀ ਵਾਰੀ ਨਹੀਂ ਆਈ। ਵਾਰੀ ਕਿਹਦੀ ਆਈ? ਭਾਈ ਲਹਿਣੇ ਦੀ। ਦਾਤੂ ਦੀ ਵਾਰੀ ਤੇ ਦਾਸੂ ਪੁੱਤਰ ਨੇ ਵਾਰੀ ਗੁਰੂ ਅਮਰਦਾਸ ਦੀ। ਮੋੜ ਨੂੰ ਗੁਰਤਾ ਗੱਦੀ ਨਹੀਂ ਮਿਲੀ, ਗੁਰਤਾ ਗੱਦੀ ਗੁਰੂ ਰਾਮਦਾਸ ਨੂੰ ਮਿਲੀ। ਤੇ ਜੇ ਗੁਰੂ ਰਾਮਦਾਸ ਮਹਾਰਾਜ ਨੇ ਵੇਖਿਆ ਵੀ ਮੇਰੇ 3 ਪੁੱਤਰਾਂ ਚੋਂ ਵੱਡਾ ਤੇ ਮਝਲਾ ਕਾਬਿਲ ਨਹੀਂ, ਤੇ ਛੋਟੇ ਨੂੰ ਗੁਰਤਾ ਗੱਦੀ ਦਿੱਤੀ।
ਜੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਾਬਲ, ਔਰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਕਾਬਲੀਅਤ ਵਿਖਾਈ। ਸਾਧ ਸੰਗਤ, ਛੋਟੀ ਉਮਰ ਵਿੱਚ ਹਕੂਮਤ ਪਿਤਾ ਨੂੰ ਕਤਲ ਕਰ ਦਿੰਦੀ ਹੈ। ਔਰ ਪਤਾ ਉਹ ਕਤਲ ਕਿਵੇਂ ਦਾ ਸੀ? ਗਰੀਬ ਤੋਂ ਗਰੀਬ ਬੰਦੇ ਦਾ ਨੁਕਸਾਨ ਹੋਵੇ ਨਾ, ਉਹ ਪੁਲਿਸ ਸਟੇਸ਼ਨ ਚਲਾ ਜਾਂਦਾ ਹੈ, ਉੱਥੇ ਗੱਲ ਨਾ ਸੁਣੀ ਜਾਏ ਤੇ ਵਿਜੀਲੈਂਸ ਕੋਲ ਚਲਾ ਜਾਂਦਾ ਹੈ, ਉੱਥੇ ਨਾ ਸੁਣੀ ਜਾਏ ਤੇ ਸਰਕਾਰੇ ਦਰਬਾਰੇ ਚਲਾ ਜਾਂਦਾ ਹੈ, ਕੋਰਟ ਚਲਾ, ਕਿਤੇ ਨਾ ਸੁਣੀ ਜਾਏ ਤੇ ਸਾਧ ਸੰਗਤ ਪੂਰੀ ਦੁਨੀਆ ਦੀ ਵੱਡੀ ਜਥੇਬੰਦੀ ਹੈ, ਉੱਥੇ ਚਲੇ ਜਾਂਦੇ ਨੇ ਲੋਕ। ਬਹੁਤ ਸਾਰੇ ਕੇਸ ਉੱਥੇ ਚੱਲਦੇ ਨੇ, ਕੌਮਾਂ ਦੇ ਕੇਸ, ਦੇਸ਼ਾਂ ਦੇ ਕੇਸ, ਈਵਨ ਇੰਡੀਵਿਜੂਅਲ ਕੇਸ ਵੀ ਉੱਥੇ ਲੋਕ ਕਰ ਦਿੰਦੇ ਨੇ ਕਈ ਵਾਰ। ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਵਿੱਚ ਜਿਹੜੀ ਪੂਰੀ ਦੁਨੀਆ ਦੀ ਵੱਡੀ ਜਥੇਬੰਦੀ ਹੈ, ਅੱਜ ਕੱਲ੍ਹ ਆਨਲਾਈਨ ਸਿਸਟਮ ਹੈ, ਲੋਕ ਉੱਥੋਂ ਤੱਕ ਵੀ ਆਪਣੀ ਪਹੁੰਚ ਕਰਦੇ ਨੇ। ਜੀ ਸਾਡੀ ਨਹੀਂ ਸੁਣਵਾਈ ਹੋ ਰਹੀ, ਹਕੂਮਤ ਸਾਡੇ ਖਿਲਾਫ ਹੈ ਔਰ ਲਿਹਾਜ਼ਾ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ, ਨਸਲਕੁਸ਼ੀ ਕੀਤੀ ਜਾ ਰਹੀ ਹੈ, ਇਸ ਵਾਸਤੇ ਕੇਸ ਤੁਹਾਡੀ ਅਦਾਲਤ ਵਿੱਚ ਅਸੀਂ ਲੈ ਕੇ ਆਏ ਹਾਂ। ਔਰ ਫਿਰ ਉਹਦੀ ਬਕਾਇਦਾ ਉਹ ਪੈਰਵਾਈ ਵੀ ਕਰਦੇ ਨੇ। ਖੈਰ ਉਹ ਮੇਰਾ ਵਿਸ਼ਾ ਨਹੀਂ। ਹੁਣ ਇੱਕ ਪੁਰਖੀ ਰਾਜ ਵਿੱਚ ਇਹ ਆ ਵੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਤੇ ਕੋਈ FIR ਲਾਂਚ ਥੋੜਾ ਹੋਈ ਹੈ, ਕਿਉਂਕਿ ਸੁਪਰੀਮ ਕੋਰਟ ਖੁਦ ਜਹਾਂਗੀਰ ਹੈ, ਉਹਦੇ ਖਿਲਾਫ ਕੌਣ ਪਰਚਾ ਕਰੇਗਾ? ਪਰਚੇ ਤੇ ਉਦੋਂ ਵੀ ਹੁੰਦੇ ਸਨ ਨਾ। ਡੈੱਡ ਬੋਡੀ ਵੀ ਰਾਵੀ ਵਿੱਚ ਵਹਾ ਦਿੱਤੀ ਗਈ ਕਿ ਗੁਰੂ ਅਰਜਨ ਦਰਿਆਏ ਨਾ ਬੋੜਿਓ, ਪਿੱਛੇ ਹੱਥ ਬੰਨ੍ਹ ਕੇ, ਪੈਰ ਬੰਨ੍ਹ ਕੇ। ਗੁਰੂ ਗੋਬਿੰਦ ਸਿੰਘ ਨੇ ਉਲਾਮਾ ਦਿੱਤਾ ਇੱਕ ਥਾਂ ਤੇ ਇਸਲਾਮ ਨੂੰ, ਕਹਿਣ ਲੱਗੇ ਕਿ ਗੁਰੂ ਅਰਜਨ ਦਰਿਆਏ ਨਾ ਬੋੜਿਓ, ਤੇਗ ਬਹਾਦਰ ਸੀਸ ਨਾ ਫੋੜਿਓ, ਸੀਰ ਖੋਰ ਤੋਂ ਇਹ ਨਾ ਮਰਵਾਏ ਕਿ ਮੇਰੇ ਦੁੱਧ ਪੀਂਦੇ ਬੱਚਿਆਂ ਨੂੰ ਤੁਸੀਂ ਜਿਉਂਦੀਆਂ ਨੀਹਾਂ ਵਿੱਚ ਖੜੇ ਕਰਕੇ ਨਹੀਂ ਚੁਣਿਆ, ਤੁਸੀਂ ਮੇਰੇ ਪਿਤਾ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਨਹੀਂ ਕੀਤਾ, ਤੁਸੀਂ ਮੇਰੇ ਵੱਡੇ ਵਡੇਰੇ ਗੁਰੂ ਅਰਜਨ ਸਾਹਿਬ ਨੂੰ ਕਤਲ ਕਰਕੇ ਤੇ ਰਾਵੀ ਵਿੱਚ ਨਹੀਂ ਵਹਾਇਆ। ਦੱਸੋ ਇਹਨਾਂ ਤਿੰਨਾਂ ਗੱਲਾਂ ਦਾ ਤੁਹਾਡੇ ਕੋਲ ਜਵਾਬ ਕੀ ਹੈ? ਇਹ ਜ਼ਿਕਰ ਹੈ ਪੰਥ ਪ੍ਰਕਾਸ਼ ਦਾ। ਖੈਰ, ਮੈਂ ਅਰਜ਼ ਕਰ ਰਿਹਾ ਸਾਂ ਬਈ ਗੁਰਤਾ ਗੱਦੀ ਜਿਹੜੀ ਏ ਉਹ ਜਿਹੜੇ ਲਾਇਕ ਸਨ ਉਹਨਾਂ ਨੂੰ ਮਿਲੀ। ਤਖਤ ਰਾਜਾ ਸੋ ਬਹਿ ਜੋ ਤਖਤੈ ਲਾਇਕ ਹੋਏ। ਜੇ ਕੋਈ ਲਾਇਕ ਨਹੀਂ ਤੇ ਤੁਹਾਨੂੰ ਤਰਸ ਆਉਂਦਾ ਹੈ, ਉਹਦੀ ਮਦਦ ਕਰ ਦਿਓ। ਗੁਰਮਤ ਨੇ ਦੋ ਗੱਲਾਂ ਐਕਸੈਪਟ ਨਹੀਂ ਕੀਤੀਆਂ। ਕਿਹੜੀਆਂ? ਮੈਨੂੰ ਖਿਮਾ ਕਰ ਦਿਆ ਜੀ। ਇੱਕ ਸੀਨੀਅਰਟੀ, ਇੱਕ ਰਿਜ਼ਰਵੇਸ਼ਨ। ਪਰ ਗੱਭਰੂ ਨੇ ਭਾਈ ਲਹਿਣਾ ਜੀ ਜਦੋਂ ਤਖਤ ਤੇ ਬਿਠਾ ਦਿੱਤਾ, ਬਾਬਾ ਬੁੱਢਾ ਸਾਹਿਬ ਸੀਨੀਅਰ ਨੇ, ਉਹਨਾਂ ਨੂੰ ਉਦੋਂ ਬਾਅਦ ਵੀ ਵਾਰੀ ਨਹੀਂ ਆਈ। ਬੜੇ ਮਹਾਨ ਆਤਮਾ ਬਾਬਾ ਬੁੱਢਾ ਸਾਹਿਬ, ਪਰ ਗੁਰਤਾ ਗੱਦੀ ਦੀ ਵਾਰੀ ਨਹੀਂ ਆਈ। ਔਰ ਇੱਕ ਰਿਜ਼ਰਵੇਸ਼ਨ ਨਹੀਂ ਗਈ ਵੀ ਮੈਂ ਗੁਰੂ ਹਾਂ ਤੇ ਮੇਰਾ ਪੁੱਤਰ ਹੀ ਗੁਰੂ ਬਣੇਗਾ। तो रिजर्वेशन और सीनियोरिटी, मेरे नाल कोई वक्रे तौर पर कोई भी कौम का विद्वान, कोई भी किसी फील्ड का भी विद्वान बैठ के डिबेट कर सकता है भी ये दो चीज़ां गुरमत में नहीं गई, ना सीनियोरिटी है ना रिजर्वेशन है। पर साडे राजनीति विच भी ये दोवें गल्लां हैगियां ने, साडे धर्म विच भी ये दोवें गल्लां हैगियां। खैर, गुरु किरपा करे। काबिल वेख्या पोतरे नूं, इस वेले तैयार पोतरा है इस पदवी नूं संभालण वास्ते, पोतरे नूं पदवी दे दित्ती। और उस पोतरे ने अपने 5-6 साल के पुत्र नूं वेख्या बई ये जिहड़ा पर गभरू है राम राय, उहदे नालों ये काबिल है, उहनूं इग्नोर करके राम राय नूं ते गुरु हरकृष्ण साहब नूं पदवी दे उत्ते बिठा दिता। असीं हुण भी कहने आ राम राइयां नाल रोटी बेटी दी सांझ नहीं करनी, मत्थे भी नहीं लगना। पर जदों गुरु हरकृष्ण साहब की वारी आउंदी है, असीं कहने श्री हरकृष्ण ते आईए जिस डिठै सब दुख जाए, क्योंकि तख्त राजा सोभ है जो तख्त है लायक। पर गुरु तेग बहादुर साहब की कुर्बानी वेख्यो, क्योंकि आपां फोकस उन्हां ते रखना है। गुरता गद्दी जदों दित्ती ते इह ते नहीं ना भी गुरु तेग बहादुर साहब उत्थे नहीं सन, वो भोरे च बैठे सन। 24 साल 24 महीने 24 दिन 24 घड़ियां, ये मैथमैटिक्स गलत है। 24 साल तो बाद 24 महीने क्यों गिणदे हो? 26 साल क्यों नहीं कह देंगे? तो इस तरह की कोई मैथमैटिक्स है ही नहीं। तुसी वेखो भी गुरता गद्दी जदों दित्ती श्री हर राय नूं ते हुक्म किया भी तुसी नानके पिंड चले जाओ, ते नानके पिंड जाण तो बाद जिहड़ा पीरियड है वो तुसी गिणो ते 7वें पातशाह ते 8वें पातशाह दोवां दा गुरता गद्दी पीरियड बनदा 20 साल दा। ते जदों बाबा बसै ग्राम बकाले दी असीं गल करने आ
ਉਹ ਕਹਿੰਦੇ ਨੇ 24 ਸਾਲ ਤੇ 24 ਮਹੀਨੇ ਤੇ 24 ਦਿਨ ਤੇ 24 ਘੜੀਆਂ ਤੇ 24 ਪਲ ਉੱਥੇ ਭੋਰੇ ਵਿੱਚ ਬੈਠੇ। ਤੇ ਹੁਣ ਇਹ ਮੈਥੇਮੈਟਿਕਸ ਉੱਥੇ ਮੈਚ ਨਹੀਂ ਕਰਦਾ, ਇਹ ਸਾਰਾ ਸਮਾਂ 20 ਕੁ ਸਾਲ ਦਾ ਬਣਦਾ। ਉੱਥੇ ਵੀ ਉਹ ਤਰਕ ਦੇ ਉੱਤੇ ਪੂਰਾ ਨਹੀਂ ਟੁੱਕਦਾ। ਖੈਰ, ਜਦੋਂ ਗੁਰੂ ਹਰਿਰਾਏ ਸਾਹਿਬ ਨੂੰ ਮਹਾਰਾਜ ਨੇ ਤਖਤ ਤੇ ਬਿਠਾ ਕੇ ਪਰਿਕਰਮਾ ਕਰਕੇ ਮੱਥਾ ਟੇਕਿਆ ਤੇ ਉਸ ਵੇਲੇ ਕੋਲ ਗੁਰੂ ਤੇਗ ਬਹਾਦਰ ਸਾਹਿਬ ਵੀ ਖੜੇ ਨੇ। ਉਹਨਾਂ ਨੇ ਵੀ ਆਪਣੇ ਭਤੀਜੇ ਹਰਿਰਾਏ ਸਾਹਿਬ ਨੂੰ ਬਕਾਇਦਾ ਮੱਥਾ ਟੇਕਿਆ, ਲੰਗਰ ਪਾਣੀ ਛਕਿਆ ਤੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਕੋਲ ਜਾ ਕੇ ਕਹਿਣ ਲੱਗੇ, ਪਿਤਾ ਜੀ ਹੁਣ ਮੇਰੇ ਵਾਸਤੇ ਕੀ ਹੁਕਮ ਹੈ? ਤੇ ਮਹਾਰਾਜ ਕਹਿਣ ਲੱਗੇ ਵੀ ਇਸ ਵੇਲੇ ਪਰਿਸਥਿਤੀਆਂ ਇਸ ਗੱਲ ਦੀ ਮੰਗ ਕਰਦੀਆਂ ਨੇ ਵੀ ਤੁਸੀਂ ਬਕਾਲੇ ਚਲੇ ਜਾਓ, ਨਾਨਕੇ ਪਿੰਡ ਚਲੇ ਜਾਓ। ਔਰ ਉੱਥੇ ਚਲੇ ਗਏ। ਕਦੀ ਕਦੀ ਇਸ ਤਰ੍ਹਾਂ ਵੀ ਹੁੰਦਾ ਸਾਧ ਸੰਗਤ ਵੀ ਅਸੀਂ ਰਿਹਾਇਸ਼ ਬਣਾਉਂਦੇ ਹਾਂ, ਆਲੇ ਦੁਆਲੇ ਦਾ ਜਿਹੜਾ ਤਲ ਹੁੰਦਾ ਬਰਾਬਰ ਹੁੰਦਾ ਹੈ, ਰਾਹ ਬਰਾਬਰ ਹੁੰਦਾ ਹੈ। ਸਮਾਂ ਪਾ ਕੇ ਜੇ ਸਾਡੀ ਬਹੁਤ ਜ਼ਿਆਦਾ ਘਰਾਂ ਵੱਲ ਮਕਾਨਾਂ ਵੱਲ ਧਿਆਨ ਨਹੀਂ, ਸਮਾਂ ਪਾ ਕੇ ਆਲੇ ਦੁਆਲੇ ਵਾਲੀ ਵੀ ਕੁਰਸੀ ਚੁੱਕ ਲੈਂਦੇ ਨੇ, ਬਾਹਰਲੇ ਰਸਤੇ ਤੇ ਵੀ ਭਰਤ ਪਾ ਕੇ ਲੋਕੀ ਰਾਹ ਚੁੱਕ ਦਿੰਦੇ ਨੇ। ਬਰਾਬਰ ਵਾਲਾ ਮਕਾਨ ਵੀ ਹੌਲੀ ਹੌਲੀ ਦੂਜਿਆਂ ਨਾਲੋਂ ਨੀਵਾਂ ਹੋ ਜਾਂਦਾ ਹੈ ਤੇ ਸਾਨੂੰ ਇਸ ਤਰ੍ਹਾਂ ਲੱਗਣ ਲੱਗ ਪੈਂਦਾ ਬੰਦਾ ਤੇ ਭੋਰੇ ਨੂੰ ਪਸੰਦ ਕਰਦਾ। ਤੁਸੀਂ ਅੱਜ ਤੋਂ 20 30 40 50 ਸਾਲ ਬਣੇ ਮਕਾਨਾਂ ਨੂੰ ਵੇਖ ਲਓ, ਉਹ ਭੋਰੇ ਬਣੇ ਹੋਏ ਨੇ। ਤੇ ਕੀ ਬਕਾਲੇ ਵਿੱਚ ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਜਿਸ ਗੁਰੂ ਦੀ ਵਿਲ ਸਿਮਰਨ ਵਾਲੇ ਧਿਆਨ ਇਸ ਪਾਸੇ ਹੈ ਹੀ ਨਹੀਂ ਵੀ ਮਕਾਨ ਢਾਣਾ ਹੈ ਤੇ ਫਿਰ ਬਣਾਉਣਾ ਹੈ, ਢਾਣਾ ਹੈ ਤੇ ਫਿਰ ਬਣਾਉਣਾ, ਤੇ ਹੋ ਸਕਦਾ ਉਹ ਮਕਾਨ ਦੂਜਿਆਂ ਨਾਲੋਂ ਨੀਵਾਂ ਹੋ ਗਿਆ, ਲੋਕਾਂ ਨੂੰ ਉਹ ਭੋਰਾ ਲੱਗਣ ਲੱਗ ਪਿਆ ਹੋਵੇ। ਉਹਦੇ ਵਿੱਚ ਹੀ ਆਪ ਜੀ ਨੇ ਉਹ ਸਮਾਂ ਬਤੀਤ ਕੀਤਾ। ਔਰ ਫਿਰ ਸਮੇਂ ਦਾ ਪਹੀਆ ਆਪਣੀ ਚਾਲੇ ਚੱਲਦਾ ਰਿਹਾ। ਗੁਰਤਾ ਗੱਦੀ 7ਵੇਂ ਪਾਤਸ਼ਾਹ ਤੋਂ ਬਾਅਦ ਰਾਮ ਰਾਏ ਕਾਬਲ ਸੀ। ਕਿਸੇ ਜ਼ਮਾਨੇ ਮਹਾਰਾਜ ਤਾਰੀਫ ਕਰਦੇ ਹੁੰਦੇ ਸਨ, ਪਰ ਕਿਉਂਕਿ ਉਹਨੇ ਦਿੱਲੀ ਜਾ ਕੇ ਝੇਪ ਮੰਨ ਗਿਆ ਤੇ ਗੁਰਬਾਣੀ ਗੁਰੂ ਨਾਨਕ ਸਾਹਿਬ ਦੀ ਇੱਕ ਪੰਕਤੀ ਉਹਨੇ ਬਦਲ ਦਿੱਤੀ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਨੂੰ ਮਿੱਟੀ ਬੇਈਮਾਨ ਕੀ ਪੇੜੇ ਪਈ ਘੁਮਿਆਰ ਕਹਿ ਦਿੱਤਾ। ਲਿਹਾਜ਼ਾ ਸਤਿਗੁਰੂ ਨੇ ਉਹਨੂੰ ਸਿੱਖੀ ਤੋਂ ਖਾਰਜ ਕਰ ਦਿੱਤਾ। ਉਸ ਦਿਨ ਤੋਂ ਬਾਅਦ ਮਹਾਰਾਜ ਨੇ ਉਹਨੂੰ ਮੱਥੇ ਨਹੀਂ ਸੀ ਲਾਇਆ। ਕੋਈ ਪੁੱਤਰ ਮੋਹ ਨਹੀਂ, ਸਿਧਾਂਤਾਂ ਦੀ ਗੱਲ ਹੈ। ਦਿੱਲੀ ਦੀ ਸੰਗਤ ਨੇ ਚਿੱਠੀ ਲਿਖੀ ਸੀ, ਤੁਹਾਡੇ ਪੁੱਤਰ ਨੇ ਆ ਕਰਤੂਤ ਕੀਤੀ ਹੈ। ਉਦੋਂ ਸੰਗਤ ਵਿੱਚ ਵੀ ਬੜੇ ਗੜ੍ਹ ਹੁੰਦੇ ਸਨ। ਜਦੋਂ ਦਾਦੂ ਦੁਆਰੇ 10ਵੇਂ ਪਾਤਸ਼ਾਹ ਨੇ ਤੀਰ ਨਾਲ ਸਲਾਮ ਕੀਤਾ ਤੇ ਅਗਲਵਾਂਡੀ ਜਾ ਕੇ ਭਾਈ ਦਇਆ ਸਿੰਘ ਨੇ ਘੋੜੇ ਦਾ ਕੜਿਆਲਾ ਫੜ ਲਿਆ। ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਹੋ ਬ੍ਰਤ ਗੌਰ ਮੜੀ ਮੱਠ ਭੂਲ ਨਾ ਮੰਨੈ ਤੇ ਆਪ ਦਾਦੂ ਦੁਆਰੇ ਨੂੰ ਸਿਜਦਾ ਕਰਦੇ ਹੋ। ਹਜ਼ੂਰ ਕਹਿਣ ਲੱਗੇ, ਖਾਲਸਾ ਜੀ ਪਰਖ ਵਾਸਤੇ ਕੀਤਾ ਸੀ, ਪਰ ਪਰਖ ਕਰਨ ਲੱਗਿਆ ਵੀ ਮੇਰੇ ਤੋਂ ਕਰਾਇਤ ਹੋਈ ਹੈ, ਮੈਨੂੰ ਹੁਕਮ ਲਾਓ। ਘੋੜੇ ਤੋਂ ਥੱਲੇ ਉਤਰ ਕੇ ਹੱਥ ਜੋੜ ਕੇ ਖੜੇ ਹੋ ਗਏ। ਪੰਜਾਂ ਨੇ ਤਨਖਾਹ ਲਾਈ, ਆਖੋ ਸਤਨਾਮ ਸ੍ਰੀ। ਤਨਖਾਹ ਲਾਈ ਪੰਜਾਂ ਨੇ, ਭਾਵੇਂ ਤੂੰ ਸਾਨੂੰ ਪਰਖਣ ਲਈ ਕੀਤਾ ਹੈ ਪਰ ਇਹਦੀ ਤਨਖਾਹ ਲੱਗੇਗੀ। ਮੈਂ 5-7 ਮਿੰਟ ਹੋਰ ਲਾਣੇ ਨੇ। ਮੈਂ ਖਿਮਾ ਦਾ ਜਾ ਚੱਕਾ ਰਾਗੀ ਸਿੰਘਾਂ ਤੋਂ। ਅੱਜ 9ਵੇਂ ਪਾਤਸ਼ਾਹ ਦਾ ਸ਼ਹੀਦੀ ਦਿਵਸ ਹੈ, ਤੋਂ ਬਰਦਾਸ਼ਤ ਕਰ ਲੈਣਾ। ਇੱਕ ਵਾਰੀ ਆਖੋ ਸਤਨਾਮ ਸ੍ਰੀ। 8ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਪ੍ਰਾਪਤ ਹੋ ਗਈ। ਹੁਣ ਆਪ ਹਜ਼ੂਰ ਉੱਥੇ ਹੀ ਬਿਰਾਜਮਾਨ ਹੁੰਦੇ ਨੇ। ਖੋਜ ਦੇ ਅਧੀਨ ਗੱਲਾਂ ਨੇ। 200 ਗੁਰਦੁਆਰਾ ਹੈ 9ਵੇਂ ਪਾਤਸ਼ਾਹ ਦੇ ਨਾਲ ਸੰਬੰਧਿਤ। 200 ਗੁਰਦੁਆਰਾ ਮੋਟੇ ਤੌਰ ਤੇ। ਉਹ ਕਿੱਥੇ ਜਾ ਕੇ ਫੱਗੂ ਚਾਚੇ ਦੀ ਕਿੱਡੀ ਮਸ਼ਹੂਰੀ ਹੈ ਬਿਹਾਰ ਦੇ ਵਿੱਚ। ਔਰ ਇਹ ਜਿਹੜਾ ਵਕਤ ਸੀ ਜਦੋਂ ਜ਼ਬਰਦਸਤੀ ਉਹ ਹਿੰਦੂਆਂ ਦੇ ਜਨੇਊ ਉਤਾਰ ਰਿਹਾ ਸੀ ਔਰੰਗਜ਼ੇਬ, ਉਦੋਂ ਸਤਿਗੁਰੂ ਚੁੱਪ ਕਰਕੇ ਨਹੀਂ ਸਨ ਬੈਠੇ। ਉਹ ਲੋਕਾਂ ਨੂੰ ਅਵੇਅਰ ਕਰ ਰਹੇ ਸਨ। ਮਹਾਰਾਜ ਦੇ ਜਿੰਨੇ ਸ਼ਬਦ ਨੇ ਗੁਰਬਾਣੀ 'ਚ ਉਹਨਾਂ ਨੂੰ ਧਿਆਨ ਨਾਲ ਪੜ੍ਹੋ। ਭਾਵੇਂ ਉਹ ਲਿਖੇ ਗੁਰਮੁਖੀ 'ਚ ਨੇ, ਪਰ ਜਿਹੜੀ ਲੈਂਗੁਏਜ ਯੂਜ ਕੀਤੀ ਹੈ ਉਹ ਹਿੰਦਕੀ ਹੈ। ਬੀਤ ਜਾਏ ਜਨਮ ਅਕਾਜ ਰਹੇ, ਨਿਸ ਦਿਨ ਸੁਨ ਕੇ ਪੁਰਾਨ ਸਮਝਤ ਨਹਿ ਰੇ ਜਾਨ, ਕਾਲ ਤੋਂ ਪਹੁੰਚਿਓ ਆਨ ਤੂੰ ਕਹਾਂ ਜਹ ਭਾਜ ਰੇ, ਮਨ ਰੇ ਕਹਾਂ ਕਮਤ ਤੈ ਲੀਨੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨੈ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀ। ਸਾਰੇ ਹਿੰਦਕੀ ਵਿੱਚ ਨੇ। ਵਜ੍ਹਾ ਲੋਕੀ ਹਿੰਦੀ ਬੋਲਦੇ ਸਨ ਜਿਨ੍ਹਾਂ ਦੀ ਜ਼ਮੀਰ ਕਤਲ ਕੀਤੀ ਜਾ ਰਹੀ ਸੀ, ਉਹਨਾਂ ਨੂੰ ਸਰਜੀਤ ਕਰਨਾ ਸੀ। ਸਾਰੀਆਂ ਉਦਾਹਰਨਾਂ ਉਹਨਾਂ ਦੇ ਮਿੱਥ ਵਿੱਚੋਂ, ਗਣਕਾ ਦੀ ਉਦਾਹਰਨ, ਤੇਂਦੂਏ ਦੀ ਉਦਾਹਰਨ, ਉਸ ਹਾਥੀ ਦੀ ਉਦਾਹਰਨ, ਦ੍ਰੋਪਦੀ ਦੀ ਉਦਾਹਰਨ, ਤੁਸੀਂ ਪੜ੍ਹੋ ਦਰਜਨਾਂ ਵਾਰੀ ਇਹ 4 ਉਦਾਹਰਨਾਂ ਉਹਨਾਂ ਨੇ ਦਿੱਤੀਆਂ। ਤੁਸੀਂ ਦ੍ਰੋਪਦੀ ਦੀ ਗੱਲ ਕਰਦੇ ਹੋ, ਕ੍ਰਿਸ਼ਨ ਨੇ ਉਹਦੀ ਬੌੜੀ ਕੀਤੀ।
ਤੁਸੀਂ ਕਹਿੰਦੇ ਹੋ ਹਾਥੀ ਨੂੰ ਤੇਂਦੂਏ ਨੇ ਗਰਸ ਲਿਆ, ਵਿਸ਼ਨੂੰ ਜਿਹੜਾ ਉਹ ਚੱਕਰ ਲੈ ਕੇ ਆਇਆ, ਉਹਨੇ ਬਚਾਇਆ। ਤੁਸੀਂ ਇਹ 4 ਕਹਾਣੀਆਂ ਬੜੀਆਂ ਸੁਣਾਉਂਦੇ ਹੋ, ਤੁਸੀਂ ਆਪਣੇ ਤੇ ਕਿਉਂ ਨਹੀਂ ਟਿਕਾਉਂਦੇ? ਤੁਸੀਂ ਤਗੜੇ ਹੋ ਕੇ ਵਿਰੋਧ ਕਿਉਂ ਨਹੀਂ ਕਰਦੇ ਜ਼ੁਲਮ ਦਾ? ਵਿਚਰ ਵਿਚਰ ਕੇ ਮਾਲਵੇ ਦੇ ਵਿੱਚ ਤੁਸੀਂ ਜਾਓ, ਉਨੀ ਦਿਨੀ ਇੱਕ ਬੜੀ ਤਗੜੀ ਬਿਮਾਰੀ ਚੱਲੀ ਸੀ। ਨੇੜੇ ਨੇੜੇ ਲੋਕੀ ਖੂਹ ਪੱਟ ਲੈਂਦੇ ਸਨ ਔਰ ਉਹ ਪਾਣੀ ਗੰਦਾ ਹੁੰਦਾ ਸੀ, ਉਸ ਪਾਣੀ ਨਾਲ ਹੀ ਬਿਮਾਰੀ ਪੈਂਦੀ ਸੀ। ਆ ਬਰਨਾਲੇ ਦੇ ਨਾਲ ਹੰਡਿਆਇਆ ਹੈ, ਉੱਥੇ ਇੱਕ ਛੱਪੜ ਸੀ ਔਰ ਉਹ ਛੱਪੜ ਵਿੱਚੋਂ ਲੋਕੀ ਪਾਣੀ ਵਰਤਦੇ ਸਨ। ਮਹਾਰਾਜ ਬਿਮਾਰੀ ਹੁੰਦੀ, ਗਲਾ ਸੁੱਜਦਾ, ਬੁਖਾਰ ਚੜਦਾ, ਤੀਜੇ ਦਿਨ ਬੰਦੇ ਦੀ ਮੌਤ। ਸਾਡਾ ਪਿੰਡ ਖਾਲੀ ਹੋ ਚੱਲਾ। ਮਹਾਰਾਜ ਛੱਪੜ ਦੇ ਕੋਲ ਗਏ, ਵੇਖਿਆ, ਆਖਿਆ ਵੀ ਇਹਦੇ ਚੋਂ ਸਾਰਾ ਪਾਣੀ ਕੱਢੋ। ਪਾਣੀ ਕੱਢਿਆ ਤੇ ਆਖਣ ਲੱਗੇ ਇਹਦੀ ਗਾਰ ਕੱਢਣੀ ਹੈ। ਤੇ ਮਹਾਰਾਜ ਅਸੀਂ ਜਾ ਕੇ ਕਈਆਂ ਲਿਆਉਂਦੇ ਆ। ਮਹਾਰਾਜ ਕਹਿੰਦੇ ਜਿੰਨੀਆਂ ਕੋ ਕਈਆਂ ਹਨ, ਹਜ਼ੂਰ ਨੇ ਦਿਸ਼ਾਲਾ ਲਾਇਆ ਤੇ ਵਿਛਾ ਦਿੱਤਾ। 5 ਰੱਦੇ ਮੇਰੇ ਦਿਸ਼ਾਲੇ 'ਚ ਪਾਓ। ਉਹ 5 ਰੱਦੇ ਪਾਏ, 4 ਕੰਨੀਆਂ ਇਕੱਠੀਆਂ ਕਰਕੇ ਵੱਟ ਦੇ ਕੇ ਹਜ਼ੂਰ ਨੇ ਪਿੱਛੇ ਸੁੱਟ ਕੇ ਪਰਾਂ ਜਾ ਕੇ। ਇਹਦੇ ਪਿੱਛੇ ਇੱਕ ਭਾਵਨਾ ਕੀ ਸੀ? ਕਈਆਂ ਨੇ ਤੇ ਕਈ ਲੈਣ ਗਿਆ ਹੀ ਨਹੀਂ ਮੁੜਨਾ, ਕਈਆਂ ਨੇ ਤਸਲਾ ਲੈਣ ਗਿਆ ਨਹੀਂ ਮੁੜਨਾ। ਨਾ ਨੈ ਬਿਲੰਬ ਧਰਮੰ ਬਿਲੰਬ ਪਾਪੰ, ਹੁਣੇ ਹੀ ਸ਼ੁਰੂ ਕਰ ਦਿਓ, ਚਾਦਰਾਂ ਧੁੱਪ ਜਾਣਗੀਆਂ, ਕੁਛ ਨਹੀਂ ਵਿਗੜਦਾ। ਸਾਰੀ ਗਾਰ ਕਢਾਈ, ਆਖਿਆ ਇਹਨੂੰ ਧੁੱਪ ਲੱਗਣ ਦਿਓ। ਫਿਰ ਉਹਦੇ 'ਚ ਨਵੇਂ ਸਿਰੋਂ ਪਾਣੀ ਪਾਇਆ, ਬਿਮਾਰੀ ਖਤਮ ਹੋ ਗਈ। ਬਿਮਾਰੀ ਤੇ ਇਹ ਸੀ ਵੀ ਗੰਦਾ ਸੀ, ਪਸ਼ੂ ਵਿੱਚ ਨਹਾਉਂਦੇ ਸਨ। ਕੋਈ ਚਮੜੇ ਦਾ ਕੰਮ ਕਰਨ ਵਾਲੇ ਵੀਰ ਕਈ ਵਾਰ ਉਹਨੂੰ ਬਣਾਉਣ ਵਾਸਤੇ ਉਹਨੂੰ ਦੱਬ ਦਿੰਦੇ ਨਾ, ਉਹਦੇ ਵਿੱਚ ਉਹ ਵਿੱਚ ਜਰਾਸੀਮ ਪੈਦਾ ਹੋ ਗਏ ਸਨ। ਉਹਨਾਂ ਨੂੰ ਸਮਝਾਇਆ ਇਹਨੂੰ ਕਿਤੇ ਵੱਖਰਾ ਕੁਝ ਕਰਿਆ ਕਰੋ। ਉਹਨਾਂ ਨੇ ਬਾਗ ਬੜੇ ਲਵਾਏ, ਉਹਨਾਂ ਨੇ ਡੂੰਘੇ ਖੂਹ ਲਵਾਏ ਵੀ ਥੱਲਿਓਂ ਜਿਹੜਾ ਪਾਣੀ ਹੈ ਉਹ ਵਧੀਆ ਪਾਣੀ, ਜਿਹੜਾ ਜਿਹਦੇ ਵਿੱਚ ਮਿਨਰਲ ਹੋਣ, ਉਹ ਪਾਣੀ ਤੁਹਾਨੂੰ ਪ੍ਰਾਪਤ ਹੋਵੇ। ਮਾਲਵੇ ਦੇ ਵਿੱਚੋਂ ਸਾਰੀ ਬਿਮਾਰੀ ਖਤਮ ਕਰ ਦਿੱਤੀ। ਤੋ ਕੇਵਲ ਉਹ ਭੋਰੇ ਵਿੱਚ ਨਹੀਂ ਸਨ ਬੈਠੇ, ਉਹ ਇੱਕ ਪਲ ਪਲ ਦਾ ਸਦਉਪਯੋਗ ਕਰ ਰਹੇ ਸਨ, ਪ੍ਰਚਾਰ ਕਰ ਰਹੇ ਸਨ, ਮਨੁੱਖਤਾ ਦੀ ਸੇਵਾ ਕਰ ਰਹੇ ਸਨ। ਬਾਗ ਬੜੇ ਲਵਾਏ, ਖੂਹ ਬੜੇ ਲਵਾਏ ਉਹਨਾਂ ਨੇ। ਜਿੰਨੀ ਵੀ ਦਸਵੰਧ ਦੀ ਰਕਮ ਹੁੰਦੀ ਸੀ, ਜਿਹੜੇ ਇਲਾਕੇ 'ਚ ਹੁੰਦੀ ਸੀ, ਉੱਥੇ ਹੀ ਖਰਚ ਕਰਕੇ ਔਰ ਪੱਲਾ ਝਾੜ ਕੇ ਅੱਗੇ ਲੰਘ ਜਾਂਦੇ ਸਨ। ਔਰ ਫਿਰ ਸਮਾਂ ਸਾਧ ਸੰਗਤ ਆਪਣੀ ਚਾਲੇ ਚੱਲਦਾ ਰਿਹਾ। ਵਕਤ ਉਹ ਵੀ ਆਇਆ ਜਦੋਂ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਦਿੱਲੀ ਜੋਤੀ ਜੋਤ ਸਮਾਨ ਤੋਂ ਪਹਿਲਾਂ ਹੁਕਮ ਕੀਤਾ ਬਈ ਬਾਬਾ ਬਸੈ ਗ੍ਰਾਮ ਬਕਾਲੇ। ਇਹ ਬਚਨ ਕਹਿਣ ਤੋਂ ਤੇ ਮੱਖਣ ਸ਼ਾਹ ਲਬਾਣੇ ਦਾ ਗੁਰੂ ਸਾਹਿਬ ਨੂੰ ਪ੍ਰਗਟ ਕਰਨ ਦੇ ਵਿਚਕਾਰ ਪਤਾ ਕਿੰਨਾ ਪੀਰੀਅਡ ਹੈ ਸਾਧ ਸੰਗਤ? ਤੁਹਾਡੇ ਗਿਆਤ ਲਈ ਅਰਜ਼ ਕਰਾਂ, ਸ਼ਾਇਦ ਤੁਸੀਂ ਪਹਿਲੀ ਵਾਰੀ ਸੁਣੋ। 5 ਮਹੀਨੇ ਦਾ ਸਮਾਂ ਸੀ। ਉਦੋਂ WhatsApp ਕੋਈ ਨਹੀਂ ਸੀ, ਨਾ TV ਸੀ, ਨਾ ਟ੍ਰੇਨ ਸੀ, ਨਾ ਪਲੇਨ ਸੀ, ਨਾ ਫੈਕਸ ਸੀ, ਨਾ ਅਜੋਕੇ ਸਾਧਨ ਸਨ ਵੀ ਝਟਪਟ ਮੈਸੇਜ। ਸਾਰੇ 5 ਮਹੀਨੇ ਲੱਗ ਗਏ। 5 ਮਹੀਨੇ ਸੰਗਤ ਕਨਫਿਊਜ਼ ਹੀ ਰਹੀ। 5 ਮਹੀਨੇ ਸੰਗਤ ਦਾ ਬੇੜਾ ਡਗਮਗਾਉਂਦਾ ਰਿਹਾ, ਕਿਉਂਕਿ ਜਦੋਂ ਬਾਬਾ ਸ਼ਬਦ ਵਰਤਿਆ ਤੇ ਜਿੰਨੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਰਿਸ਼ਤੇ 'ਚੋਂ ਦਾਦੇ ਲੱਗਦੇ ਸਨ ਸੋਢੀ, ਉਹ ਸਾਰੇ ਬਕਾਲੇ ਪਹੁੰਚ ਗਏ। ਆਪਣੇ ਆਪਣੇ ਤਖਤ, ਆਪਣੇ ਆਪਣੇ ਚੰਦੋਏ, ਆਪਣੇ ਆਪਣੇ ਚੌਰ, ਬੰਦੇ ਹਾਇਰ ਕਰਕੇ ਲਾਏ ਹੋਏ, ਏਜੰਟ ਛੱਡੇ ਹੋਏ, ਉਹ ਦੂਰੋਂ ਦੂਰੋਂ ਲੋਕਾਂ ਨੂੰ ਘੇਰ ਕੇ ਲਿਆਉਂਦੇ। ਤੈਨੂੰ ਪਤਾ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕੀ ਕਿਹਾ? ਉਹਨਾਂ ਕਿਹਾ ਮੇਰੇ ਤੋਂ ਬਾਅਦ ਮੇਰਾ ਬਾਬਾ ਗੁਰਤਾ ਗੱਦੀ ਸੰਭਾਲੇਗਾ ਤੇ ਬਾਬਾ ਆਏ। ਇਹ ਰਿਸ਼ਤੇ ਵਿੱਚੋਂ ਬਾਬਾ ਲੱਗਦਾ। 22 ਮੰਜੀ ਤਾਰ, 22 ਦਾਅਵੇਦਾਰ ਉੱਥੇ ਜਾ ਕੇ ਬਿਰਾਜਮਾਨ ਹੋਏ ਸਨ। ਪਰ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਘਰ ਹੀ ਮੈਡੀਟੇਸ਼ਨ ਕਰ ਰਹੇ ਸਨ। ਮੱਖਣ ਸ਼ਾਹ ਆਇਆ, ਸਿਆਣਾ ਸੀ, ਇਹਦੀ ਘਰ ਦੀ ਵੀ ਨਾਲ ਸੀ ਸਰੋਜਨੀ, ਬੇਟਾ ਤੇ 2 ਬੇਟੇ ਵੀ ਨਾਲ ਸਨ। 500 ਸਵਾਰ ਹਮੇਸ਼ਾ ਇਹਦੇ ਨਾਲ ਰਹਿੰਦੇ ਸਨ। ਬੜਾ ਧਨਾੜ ਸਿੱਖ ਸੀ। ਉਦੋਂ ਅਧਿਕਾਰ ਹੁੰਦਾ ਸੀ ਧਨਾੜ ਲੋਕਾਂ ਨੂੰ, ਉਹ ਜਿਵੇਂ ਅੱਜ ਕੱਲ੍ਹ ਟਾਸਕ ਫੋਰਸ ਤੁਸੀਂ ਕਹਿੰਦੇ ਹੋ, ਉਹ ਆਪਣੀ ਬਣਾ ਸਕਦੇ ਸਨ। ਹੁਣ ਵੀ ਇਹਦੇ ਵਾਸਤੇ ਇੱਕ IPC ਦੇ ਵਿੱਚ ਇੱਕ ਹੈਗਾ ਹੈ, ਆਪਸ਼ਨ ਹੈਗਾ ਹੈ ਵੀ ਉਹ ਪਰਮਿਸ਼ਨ ਵਗੈਰਾ ਲੈ ਕੇ ਸਾਰਾ ਉਹ ਫਾਰਮੈਲਿਟੀ ਕਰਕੇ ਤੁਸੀਂ ਰੱਖ ਸਕਦੇ ਹੋ। ਉਹਦੇ ਕੁਛ ਅਧਿਕਾਰ ਵੀ ਹੁੰਦੇ ਨੇ, ਕੁਛ ਨਿਯਮ ਵੀ ਹੁੰਦੇ ਨੇ। ਖੈਰ ਮੇਰਾ ਉਹ ਵਿਸ਼ਾ ਨਹੀਂ। ਤੋ 500 ਸਵਾਰ ਨਾਲ ਨੇ, ਘਰ ਦੀ ਨਾਲ ਇਹ 2 ਪੁੱਤਰ ਨਾਲ ਨੇ। ਜਦੋਂ ਮੱਖਣ ਸ਼ਾਹ ਆਇਆ ਤੇ ਉਹਨੇ ਵੇਖਿਆ ਮੰਜ਼ਰ, ਆਖਣ ਲੱਗਾ ਹੁਣ ਕੀ ਕਰਾਂ? ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਮੇਰੇ ਵਿੱਚ ਤੇ ਇੰਨੀ ਬੁੱਧੀ ਨਹੀਂ ਬਈ ਮੈਂ ਪਛਾਣ ਕਰ ਸਕਾਂ ਵੀ ਅਸਲੀ ਕੌਣ ਹੈ, ਪਰ ਤੂੰ ਤੇ ਦਿਆਲੂ ਹੈ, ਤੂੰ ਤੇ ਚਾਹੇ ਤੇ ਮੈਨੂੰ ਇਹ ਦਾਤ ਬਖਸ਼ ਸਕਣਾ ਵੀ ਮੈਂ ਪਰਖ ਕਰ ਸਕਾਂ। ਦਸਵੰਧ ਦੀ ਰਕਮ ਲੈ ਕੇ ਆਇਆ ਸੀ। ਬੇੜਾ ਡੁੱਬ ਰਿਹਾ ਸੀ ਮੱਖਣ ਸ਼ਾਹ ਦਾ, ਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਮੋਢਾ ਵੀ ਵਿਖਾਇਆ ਵੀ ਮੇਰਾ ਮੋਢਾ ਅਜੇ ਵੀ ਛਿੱਲਿਆ। ਇਹ ਗੱਲਾਂ ਤਰਕ ਦੇ ਵਿਸ਼ੇ ਤੇ ਪੂਰੀਆਂ ਨਹੀਂ ਟੁੱਕਦੀਆਂ। ਤੁਸੀਂ ਹੋਰ ਗੱਲ ਸੁਣੋ, ਹੈਰਾਨ ਹੋ ਜਾਓਗੇ। ਜਦੋਂ ਮੱਖਣ ਸ਼ਾਹ ਨੇ ਅਰਦਾਸ ਕੀਤੀ ਉਦੋਂ 9ਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੀ ਕੋਈ ਨਹੀਂ ਸਨ। ਉਦੋਂ 8ਵੇਂ ਪਾਤਸ਼ਾਹ ਬਿਰਾਜਮਾਨ ਸਨ। ਕਿਉਂਕਿ ਸਮਾਂ ਇਸ ਤਰ੍ਹਾਂ ਦਾ ਆਉਣਾ ਹੈ ਜਦੋਂ ਬੱਚਿਆਂ ਨੇ ਤੁਹਾਨੂੰ ਕਹਿਣਾ ਹੈ
ਵੀ ਇਹਨੂੰ ਕੋਡ ਕਰੋ ਕਿੱਥੋਂ ਕਰਦੇ ਹੋ। तो वो गल्लां जिहड़ियां गल्लां सानू नरुत्तर कर देण, वो सानू संकोच करना पएगा। सानू स्टडी करके सोच विचार के ये सारियां तारीखां जिहड़ियां ने उन्हां दा एनालिसिस करके ही गल करनी पएगी। भावें वो बहुत ही प्रभावित ना करे, चंगी ना लगे, पर तुहानू नरुत्तर नहीं वो गल होण देगी। फिर खैर मन विच विचार आई भी मैं दसवंध दी रकम लैके आया ते सच्चे पातशाह तुसी माया दे भुखे नहीं, पर मेरी एक बेनती है, तुसी प्रेम दे भुखे ते है ना, मेरा प्रेम रखण लई जदों मैं दसवंध दी रकम अगे रखां तुसी कह देना भी ये पूरी नहीं। दो दो मोहरां करके रख दे जान, सारे कहण चढ़दी कला दे रोगता मिले, तेरा भी कारोबार चढ़दी कला विच जाए। मक्खण शाह आखण लगा भी ये सच्चा गुरु ते गल इत्थों शुरू करदा भी वाहगुरू तैनूं नामदान दे, बई तैनूं सेवा दी दात मिले, तैनूं सिमरन दी दात मिले, बाणी कंठ करन दा तेरे अंदर चाह पैदा। सच्चे गुरु दे मूँह चों ये तीन चार गल्लां जरूर निकलदियां। ये ते गल ही दे रोगता दी, ये ते गल ही कारोबार दी, ये ते गल ही माया दी, ये ते गल ही पदार्थां दी कर, नाम दान दी गल ते इन्हां दे मूँह विचों निकली ही कोई नहीं गी। ये गुरु नहीं हो सकदा। सारे अगे दो दो मोहरां रख के मत्था टेक, किसी ने 5 लिखियां, कोई फर्क नहीं पैंदा। पुछया भी कोई होर भी शहर विच है? आख्या भी हाँ, गुरु हरगोबिंद साहब दे सब तो छोटे नंदन सपुत्र तेग बहादुर जी इत्थे रहिंदे ने। कित्थे रहिंदे ने जी? इधर रहिंदे ने। गए, दरवाजा खड़काया, माता गुजरी जी ने दरवाजा खोलिया, दसो? आख्या जी मैं दर्शन करने वास्ते आया। नहीं आओ, जी आया नूं जल छको, लंगर छको। आख्या मैं लंगर छकन नहीं आया, मैं दीदार करना आया, कुछ बचन बलास भी करने चाहुंदा। जिस वेले आग्या लई अंदर लगाए, हजूर बैठे हुए ने, सामने जाके खड़े हो गए दोवें हथ जोड़ के। जदों हजूर ने नेत्र खोले ना, मक्खण शाह नूं समझ ते उदों ही आ गई। हुण समा इजाजत नहीं देंदा, कहंदे ने किसी राजे कोल ना कोई नौजवान 2 गुलदस्ते लैके चला गया, एक असली ते एक नकली। कहने लगा मैं तुहाडी बड़ी धुम सुनी है बई तुसी बड़े छेती फैसले कर देंदे हो, सियाणे बड़े हो। मेरे को एक गुलदस्ता फुल्लां दा असली है ते एक नकली है, ते तुहानूं मैं नेड़े नहीं आउण देना, ना ही मैं तुहाडे नेड़े आउणा, मैं दरवाजे ते ही खड़े रहना। तुसी दसो भी गुलदस्ता असली किहड़ा ते नकली किहड़ा है? वो कहने लगा भी वारी नाल ही गल होवेगी, बड़े सारे फरियादी लोग आए ने, थक जाएगा, इत्थे टेबल ते दोवें गुलदस्ते रख दे, बह जा, जदों तेरी वारी आवेगी तेरे नाल गल। सारे फैसले कीते, शाम हो गई ते राजा कहने लगा हाँ भी जवाना हुण तेरी वारी है, दस की गल? महाराज ये 2 गुलदस्ते ने, दसो असली केड़ा ते नकली केड़ा? राजा कहने लगा सज्जे पासे वाला गुलदस्ता असली है, खब्बे पासे वाला नकली है। आखन लगा जी वेखण नूं दोवां च कोई फर्क नहीं, दूरों तो पता ही नहीं लगता, तुहानूं किवें पता लगा है? वो कहने लगा भी मैं भी आम इंसानां वर्गा इंसान ही हाँ, मेरे नक विच कोई स्पैशल कंपास नहीं लगा, पर गल ये भी जदों तू गुलदस्ते दोवें रखे सन ना, इन्हां चों एक गुलदस्ते ते आके शहद दी मक्खी बैठ गई सी। मैं उदों ही अंदाजा ला लिया सी भी ये फुल्लां दा गुलदस्ता असली है, क्योंकि मक्खी बंदा भुलेखा खा सकदा है, भौरा भुलेखा नहीं खांदा। शहद दी मक्खी भी भुलेखा नहीं खांदी। प्यारिओ, असली गुरु भी उत्थे बैठा, नकली भी उत्थे बैठे ने, पर जेड़े भाई मक्खण शाह कोल कंपास है ना परख दा, मधु मक्खी वांगू, महाराज कहंदे ना सत संगत मिल रही है माधो जैसे मदप मखीरा, शहद दी मक्खी वांगू संगत विच बैठिया कर। एक ते ओदी काबलियत अगे हो के, साडी कम्यूनिटी च रिवाज पता की है, मान लिया भी पहला बंदा संगत विच आया, उन्हें सब तो पिछली जगह वेखनी। एक तो होंदी ना भी थोड़ी प्रॉब्लम डिस्क वगैरह दी, चलो वक्री गल, नहीं तो सब तो पिछे नहीं भाई, सब तो अगे बहना शुरू करया करो। अगे मीनस नेड़े, ते एक थोड़ा जिहा कट्ठे हो के उहदे नाल गल कहण सुनन विच। तुसीं पढ़ो किताब प्रिंसीपल गंगा सिंह दी जनता विच किवें बोलीए, उहदे च एक नुकता उन्होंने भी दस्सिया है। खैर, तो इस प्रकार साध संगत जी मक्खण शाह नूं नेत्रां विच नेत्र पाए, गल समझ आ गई, 2 मोहरां रखियां, हजूर मुस्कुरा पे, उन्हें 500 दी 500 मोहर अगे रख दी। कहने लगा जी मेरी तसल्ली हो गई है। चढ़ गया कोठे दे उत्ते, कमर कस्सा खोल रहा, पल्लू फेर दिता, गुरु लाद हो रे, गुरु लाद हो रे, गुरु नूं प्रगट कर दिता। सारे पखंडियां कोल जिन्नी संगत खड़ी सी, वो सारी दी सारी
ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਗਈ। ਬਾਕੀ ਤੇ ਚਲੇ ਗਏ, ਤੀਰਮਲ ਨਹੀਂ ਗਿਆ। ਉਹਨੇ ਸ਼ੀਂਹ ਮਸੰਦ ਨੂੰ ਭੇਜਿਆ, ਉਹਨੇ ਫਾਇਰ ਕੀਤਾ, ਹਜ਼ੂਰ ਦੇ ਮੱਥੇ ਦੇ ਕੋਲੋਂ ਲੰਘ ਗਿਆ। ਥੋੜੀ ਜੀ ਝਰੀਟ ਆਈ ਪਰ ਬਚਾਅ ਹੋ ਗਿਆ। ਗੁੱਸੇ ਨਾਲ ਮੱਖਣ ਸ਼ਾਹ ਨੇ ਧੀਰਮਲ ਦਾ ਸਾਰਾ ਡੇਰਾ ਹੀ ਲੁੱਟ ਲਿਆ, ਬੀੜ ਵੀ ਲੈ ਆਂਦੀ। ਹਜ਼ੂਰ ਦੀ ਕਿਰਪਾਲਤਾ ਵੇਖੋ, ਮਹਾਰਾਜ ਨੇ ਸਾਰਾ ਸਮਾਨ ਵੀ ਵਾਪਸ ਕਰਵਾਇਆ ਔਰ ਬੀੜ ਵੀ ਵਾਪਸ ਕਰਵਾਈ। ਇੱਥੋਂ ਫਿਰ ਮਹਾਰਾਜ ਅੰਮ੍ਰਿਤਸਰ ਗਏ। ਪੁਜਾਰੀਆਂ ਨੇ, ਇਹ ਇੱਕ ਸੋਢੀ ਸੀ ਹਰ ਜੀ, ਉਹਦਾ ਨਾਂ ਹਰ ਸੀ, ਗੁਰੂ ਹਰ ਸਹਾਇ ਨਗਰ ਜਿਹਦੇ ਨਾਲ ਰਿਲੇਟਡ ਇਹ ਸਾਰੀ ਜਗੀਰ ਉਹਦੀ ਹੋਈ ਸੀ, ਬਾਅਦ ਵਿੱਚ ਲੋਕਾਂ ਨੇ ਕਬਜ਼ੇ ਕੀਤੇ ਨੇ। ਉੱਥੇ ਫਿਰ ਸਾਧ ਸੰਗਤ ਹਰ ਜੀ ਦੇ ਚੇਲਿਆਂ ਨੇ ਦਰਵਾਜ਼ੇ ਬੰਦ ਕਰ ਲਏ। ਅਕਾਲ ਤਖਤ ਦੇ ਪੈਰਲਰ ਜਿਹੜਾ ਥੜਾ ਸਾਹਿਬ ਹੈ, ਉੱਥੇ ਬੈਠ ਕੇ ਮਹਾਰਾਜ ਆ ਗਏ। ਵੱਲੇ ਦੀਆਂ ਮਾਈਆਂ ਨੇ ਸੇਵਾ ਕੀਤੀ ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ। ਮਾਈਆਂ ਰੱਬ ਰਿਝਾਈਆਂ, ਰਜਾਈਆਂ ਨਹੀਂ ਰਿਝਾਈਆਂ, ਮਾਈਆਂ ਨੇ ਰੱਬ ਨੂੰ ਰਿਝਾ ਲਿਆ। ਇੱਥੋਂ ਫਿਰ ਮਹਾਰਾਜ ਕੀਰਤਪੁਰ ਸਾਹਿਬ ਗਏ, ਸੋਢੀਆਂ ਦਾ ਹਾਲ ਵੇਖਿਆ ਵੀ ਇਹ ਤੇ ਈਰਖਾ ਕਰਨਗੇ। ਫਿਰ ਮਹਾਰਾਜ ਅੱਗੇ ਗਏ। ਰਾਣੀ ਚੰਪਾ ਦੇ ਕਹਿਣ ਤੇ ਮਹਾਰਾਜ ਨੇ ਅਨੰਦਪੁਰ ਸਾਹਿਬ ਨਗਰ ਵਸਾਇਆ। ਇੱਥੇ ਹੀ ਫਿਰ ਕਸ਼ਮੀਰੀ ਪੰਡਤ ਆਏ ਤੇ ਮਹਾਰਾਜ ਨੇ ਹੁਕਮ ਕੀਤਾ ਵੀ ਔਰੰਗਜ਼ੇਬ ਨੂੰ ਕਹਿ ਦਿਓ ਵੀ ਜੇ ਗੁਰੂ ਤੇਗ ਬਹਾਦਰ ਇਸਲਾਮ ਕਬੂਲ ਕਰ ਲੈਣ ਤੇ ਅਸੀਂ ਵੀ ਇਸਲਾਮ ਕਬੂਲ ਕਰ ਲਾਂਗੇ। ਫਿਰ ਹਜ਼ੂਰ ਦੀ ਗ੍ਰਿਫਤਾਰੀ ਹੁੰਦੀ ਹੈ, ਭਾਈ ਮਤੀ ਦਾਸ, ਸਤੀ ਦਾਸ, ਦਿਆਲਾ ਜੀ ਦੀ ਨਾਲ ਗ੍ਰਿਫਤਾਰੀ ਹੁੰਦੀ ਹੈ ਔਰ ਭਾਈ ਗੁਰਦਿੱਤਾ, ਇਹ ਹੋਰ ਗੁਰਦਿੱਤਾ ਹੈ, ਔਰ ਭਾਈ ਜੀਵਨ ਸਿੰਘ, ਭਾਈ ਜੈਤਾ, ਕੁਝ ਸਿੰਘ ਖੁਫੀਆ ਰਿਪੋਰਟ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਪਹੁੰਚਾਉਣ ਵਾਸਤੇ। ਔਰ ਇਹ ਜਿਹੜਾ ਸਰੀਰ ਨੂੰ ਬਿਲੇ ਲਾਇਆ, ਸੀਸ ਲੈ ਕੇ ਆਂਦਾ, ਇਹ ਅਚਨਚੇਤ ਨਹੀਂ, ਇਹ ਸਾਰੀ ਪ੍ਰੀ ਪਲਾਨ ਸੀ ਸਿੰਘਾਂ ਦੀ। ਸ਼ਹਾਦਤ ਕਿਹਨਾਂ ਨੇ ਦੇਣੀ ਹੈ, ਮਹਾਰਾਜ ਦੇ ਧੜ ਦਾ ਕਿੰਨੇ ਖਿਆਲ ਕਰਨਾ ਹੈ, ਸੀਸ ਦਾ ਕਿੰਨੇ ਕਰਨਾ ਹੈ, ਖੁਫੀਆ ਰਿਪੋਰਟ ਭੇਸ ਬਦਲ ਕੇ ਵਿੱਚ ਹੀ ਬਾਕੀ ਸਿੱਖ ਜਿਹੜੇ ਨੇ ਉਹ ਵਿਚਰ ਰਹੇ ਸਨ। ਇਸ ਪ੍ਰਕਾਰ ਭਾਈ ਮਤੀ ਦਾਸ ਆਰੇ ਨਾਲ ਚੀਰੇ ਗਏ। ਸਤੀ ਦਾਸ ਤੇ ਦਿਆਲਾ ਜੀ ਦੀ ਸ਼ਹਾਦਤ ਜਿਹੜੀ ਹੈ ਨਾ ਸਾਧ ਸੰਗਤ, ਇੱਕ ਝਟਕੇ ਨਾਲ 9ਵੇਂ ਪਾਤਸ਼ਾਹ ਦਾ ਸਿਰ ਕਲਮ ਕੀਤਾ ਗਿਆ। ਪਰ ਜੇ ਭਾਈ ਮਤੀ ਦਾਸ, ਸਤੀ ਦਾਸ, ਦਿਆਲਾ ਜੀ ਦੀ ਸ਼ਹਾਦਤ ਵੱਲ ਵੇਖੀਏ ਤੇ ਉਹ ਜ਼ਿਆਦਾ ਕਸ਼ਟ ਦੇ ਕੇ ਸ਼ਹੀਦ ਕੀਤੇ ਗਏ। ਅੱਜ ਦੇ ਦਿਨ ਉਹਨਾਂ ਸ਼ਹੀਦਾਂ ਨੂੰ ਵੀ ਸਾਡਾ ਅਭਿਨੰਦਨ ਕਰਨਾ ਬਣਦਾ ਹੈ, ਕਿਉਂਕਿ ਇਹ ਗੁਰੂ ਸਾਹਿਬ ਨੂੰ ਭੈ ਭੀਤ ਕਰਨਾ ਚਾਹੁੰਦੇ ਸਨ। ਇਸ ਲਈ ਸਿੱਖਾਂ ਨੂੰ ਇਸ ਤਰ੍ਹਾਂ ਦਾ ਟੌਰਚਰ ਕਰਕੇ, ਤਸੱਦਦ ਕਰਕੇ ਸ਼ਹੀਦ ਕੀਤਾ। ਓੜਕ ਸੱਚੇ ਪਾਤਸ਼ਾਹ ਨੂੰ ਵੀ ਕਿਹਾ ਗਿਆ ਵੀ 3 ਬਾਤ ਨਿਰਣय ਕਰ ਲੀਜੈ, ਲਖੋ ਭਲੀ ਸੋ ਧਾਰਨ ਕੀਜੈ, ਸ਼ਰਾ ਚਲੋ ਕਲਮਾ ਕੋ ਪੜ ਮੁਖ ਦੇ ਸ਼ਾਹ, ਭੋਗੋ ਸਭ ਬਿਦ ਸਿੱਖ। ਜੇ ਇਹ ਨਹੀਂ ਕਰਨਾ ਤੇ ਕਰਾਮਾਤ ਵਿਖਾਓ, ਜੇ ਕਰਾਮਾਤ ਵੀ ਨਹੀਂ ਵਿਖਾਣੀ ਤੇ ਮੌਤ ਕਬੂਲ ਕਰੋ। ਮਹਾਰਾਜ ਕਹਿਣ ਲੱਗੇ ਤ੍ਰਿਤੀय ਪ੍ਰਾਣ ਹਾਨ ਕੀ ਬਾਤ, ਸੋ ਹਮ ਸਹੈ ਆਪਣੇ ਗਾਤ। ਲਿਹਾਜ਼ਾ ਹਜ਼ੂਰ ਨੂੰ ਸ਼ਹੀਦ ਕਰ ਦਿੱਤਾ ਗਿਆ। ਔਰ ਇਸ ਪ੍ਰਕਾਰ ਹੈ ਸਭ ਜਗ ਪਇਓ, ਜੈ 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 ਸਰਲੋਕ। ਆਓ ਸਮਾਪਤੀ ਕਰੀਏ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਆਖੋ ਸੀਸ ਦਿਆ ਪਰ ਸੀਨਾ ਉਚਰੀ, ਸੀਸ ਦਿਆ ਪਰ ਸੀਨਾ ਉਚਰੀ। ਰੂਹੇ ਜ਼ਮੀਨ ਤੇ ਪਹਿਲੀ ਵਾਰ ਇਹ ਘਟਨਾ ਹੋਈ ਵੀ ਕਿਸੇ ਦੂਜੇ ਧਰਮ ਵਾਸਤੇ ਸਤਿਗੁਰੂ ਨੇ ਆਪਣਾ ਬਲਿਦਾਨ ਕੀਤਾ ਹੋਵੇ। ਆਪਣੇ ਧਰਮ ਵਾਸਤੇ ਲੋਕ ਕੁਰਬਾਨੀਆਂ ਕਰਦੇ ਆਏ ਨੇ, ਪਰ ਕਿਸੇ ਦੂਜੇ ਧਰਮ ਵਾਸਤੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ। ਤਿਲਕ ਤੇ ਜੰਜੂ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਕਰਕੇ ਟੱਲ ਖੜਕਦੇ ਨੇ। ਪੁਰਾਣਾਂ ਦੀ ਕਥਾ ਹੁੰਦੀ ਹੈ, ਗੀਤਾ ਦੀ ਕਥਾ ਹੁੰਦੀ ਹੈ, ਰਮਾਇਣ ਦੀ ਕਥਾ ਹੁੰਦੀ ਹੈ। ਵਰਨਾ ਸ਼ਾਇ ਜਾਤੀ ਏਕਤਾ, ਅਨੇਕਤਾ ਬੁਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਪ੍ਰਪਕ ਜਾਤੇ ਧਰਮ ਤਸਕ ਜਾਤੇ, ਬਰਨ ਗਰਕ ਜਾਤੇ ਸਹਿਤ ਵਿਧਾਨ ਕੀ, देवी देव देवरे संतोख सिंह दूर होते, रीत मिट जाती कथा बेदन पुराण की। और श्री गुरु गोबिंद सिंह पावन परम सूर, लिखिया मूर्त ना होती जो पै करुणा निधान की। अज ये हिंदुस्तान की जिहड़ी सभ्यता है वो साडे गुरु साहिबान की देन है। ये गल वखरी है भी बहु गिनती सिखां दे प्रति अज अकिरत काण हो गई है, एहसान फरामोश हो गई है। पर जे किते ईमानदारी नाल ये कम्यूनिटी अज भी सोचे तो इस कम्यूनिटी की होंद, ये राष्ट्र, ये भूगोलक परिस्थितियां, ये सारी देन जिहड़ी है गुरु साहब दी है। सिखां ने कल्ले अंग्रेज़ां नाल मुकाबला नहीं किया। उदों पहला मुगल काल वेख लो, राजपूत राणे ਧੀਆਂ ਦੇ ਡੋਲੇ ਦੇ ਦੇ ਕੇ राजे मान सिंह वर्गे जयपुर वाले जहांगीर ਦਾ ਜਿਹੜਾ ਜਨਮ ਹੈ जिस इस्तरी ਦੇ ਉਦਰ ਤੋਂ ਹੋਇਆ ਹੈ,
ਉਹ ਰਾਜਪੂਤਾਂ ਦੀ ਲੜਕੀ ਹੈ। ਡੋਲੇ ਦੇ ਦੇ ਕੇ ਸੁਲ੍ਹਾ ਕਰ ਰਹੇ ਸਨ। ਉਦੋਂ ਗੁਰੂ ਸਾਹਿਬ ਸ਼ਹਾਦਤਾਂ ਦੇ ਜਾਮ ਪੀ ਕੇ ਮੁਗਲਾਂ ਦਾ ਇੱਕ ਕਿਸਮ ਦਾ ਵਿਰੋਧ ਕਰ ਰਹੇ ਸਨ। ਔਰ ਮੁਗਲਾਂ ਨੂੰ ਇੱਥੋਂ ਖਦੇੜਨ ਵਾਲੇ ਵੀ ਸਿੱਖ ਗੁਰੂ ਨੇ, ਔਰ ਅੰਗਰੇਜ਼ਾਂ ਨੂੰ ਇੱਥੋਂ ਖਦੇੜਨ ਵਾਲੇ ਵੀ 90% ਸਿੱਖ ਸਨ। ਔਰ ਹੁਣ ਤੱਕ ਇਸ ਦੇਸ਼ ਦੀ ਹੋਂਦ ਵਾਸਤੇ ਜੋ 2% 1.5% ਲੋਕਾਂ ਨੇ ਕੀਤਾ ਹੈ, ਉਹ 80% 90% ਲੋਕਾਂ ਤੋਂ ਵੀ ਨਹੀਂ ਹੋਇਆ। ਇਹ ਹਿੰਦੁਸਤਾਨ ਦੀ ਜੋ ਬਹੁ ਗਿਣਤੀ ਹੈ, ਸਰਕਾਰ ਹੈ, ਇਹ ਕਿਸੇ ਸੂਰਤ ਵਿੱਚ ਵੀ ਸਿੱਖਾਂ ਦਾ ਦੇਣ ਜਿਹੜਾ ਹੈ ਉਹ ਨਹੀਂ ਦੇ ਸਕਦੀ। ਇਹ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਅੱਜ ਹੁਣ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਤੋਂ ਸਾਧ ਸੰਗਤ 12 ਵਜੇ ਤੱਕ ਇਹ ਦੀਵਾਨ ਚੱਲਣੇ ਨੇ, ਜਿਹਦੇ ਵਿੱਚ 11 ਵਜੇ ਤੋਂ 12 ਵਜੇ ਤੱਕ ਭਾਈ ਸਾਹਿਬ ਭਾਈ ਗੁਰਜਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। ਉਹਨਾਂ ਤੋਂ ਪਹਿਲਾਂ ਵੀ ਬਹੁਤ ਉੱਚ ਕੋਟੀ ਦੇ ਰਾਗੀ ਢਾਡੀ ਸੰਗਤਾਂ ਨੂੰ ਕੀਰਤਨ ਕਥਾ ਰਾਹੀਂ ਨਿਹਾਲ ਕਰਨਗੇ। ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।